मरेंगे, कैसा मरना होए। जेकर साहिब मनो न विसरै, तां सहला मरना होए। मरना ते जगत डरै, जीविया लोड़ै सब कोय। गुर प्रसादी जीवत मरै, हुक्म बूझै सोय। नानक ऐसी मरनी जो मरै, तां सद जीवन होय। नानक ऐसी मरनी जो मरै, तां सद जीवन होए। श्री गुरु ग्रंथ साहिब जी महाराज गुरु पातशाह जी की पावन हजूरी विच सरहंद का शहीदी साका साहिबजादा बाबा जोरावर सिंह, बाबा फतेह सिंह, माता गुजरी जी का शहीदी दिन मनाउण वास्ते गुरु साहब के चरणों के विच जुड़ बैठे हाँ। अमृतमई बाणी का कीर्तन आप जी ने श्रवण किया है। आओ कुछ समा शहीदी इतिहास की कथा विचार नाल सांझ पाइए। फतेह बुलाओ, आखो जी वाहिगुरु जी का खालसा, वाहिगुरु जी की फतेह। सतगुरु धन श्री गुरु गोबिंद सिंह साहिब दुनिया के पीर पैगंबरां नालों, दुनिया के आगुआं नालों, धर्म चलाउण वाले महापुरुषां नालों साहिब श्री गुरु गोबिंद सिंह साहब जी का जीवन जिहड़ा उस चोजी प्रीतम का दुनिया विचों विलखण चोजां नाल भरिया होया। 9 साल की उम्र दे विच जुल्म के खिलाफ पिता नूं कुर्बान करना, चमकौर साहब की जंग दे विच अपने साहिबजादियां नूं शहीद हुंदे अखां सामने वेख के जयकारे छड्डणे ते अकाल पुरख परमात्मा दे शुक्रगुजार होना। छोटे साहिबजादियां दी शहीदी ने वो दसम पिता दे जीवन नूं होर विचित्र बना दिता। डॉक्टर बलबीर सिंह होना ने लम्मी नज़र नाम की एक पुस्तक दे विच जिक्र किया। वो कहते ने कि जिहड़ी सरहंद की दीवार की घटना है, मजहब की दुनिया दे विच एक अदुੱਤੀ चीज़ है। वो कहते ने भी वो तराजू है, सरहंद की दीवार, जिस दे नाल उस समय दे जुल्म का पूरा पूरा माप तोल किया जा सकता है। ते वो कहते ने भी ये सरहंद की दीवार एक वो गज है जिहदे नाल दसम पिता दे मानसिक बुलंदी नूं मिणिया जा सकता है। सतगुरु गुरु गोबिंद सिंह महाराज 7 पोह की रात चमकौर साहब की गढ़ी दे विचों निकलते ने। 8 पोह नूं चमकौर का जंग हुंदा है। संगत सिंह नूं अपनी पोशाक, अपनी कलगी दे के ते चमकौर तो चले जाते हैं।
8 ਪੋਹ ਨੂੰ ਵਾਹਿਗੁਰੂ ਜੰਗ ਹੁੰਦਾ ਹੈ। 8 ਪੋਹ ਦੀ ਰਾਤ ਨੂੰ ਨਿਕਲਦੇ ਨੇ, 9 ਪੋਹ ਨੂੰ ਸੰਗਤ ਸਿੰਘ ਸ਼ਹੀਦ ਹੁੰਦਾ ਹੈ। ਜਦੋਂ ਸੰਗਤ ਸਿੰਘ ਦਾ ਸਿਰ ਵੱਢ ਕੇ ਵਜ਼ੀਰ ਖਾਨ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ, ਤੇ ਜਦੋਂ ਪਛਾਣਦਾ ਹੈ ਜਾਂ ਪਛਾਣਨ ਵਾਲਿਆਂ ਦੇ ਕੋਲੋਂ ਪਹਿਚਾਣ ਕਰਾਉਂਦਾ ਹੈ, ਬਹੁਤ ਦੁਖੀ ਹੁੰਦਾ ਹੈ ਵੀ ਜਿਸ ਗੁਰੂ ਨੂੰ ਆਨੰਦਪੁਰ ਸਾਹਿਬ ਦੇ ਕਿਲੇ ਵਿੱਚੋਂ ਤੇ ਨਹੀਂ ਪਕੜਿਆ ਜਾ ਸਕਿਆ, ਆਨੰਦਪੁਰ ਤੋਂ ਲੈ ਕੇ ਚਮਕੌਰ ਤੱਕ ਆਉਂਦਿਆਂ ਰਸਤੇ ਦੇ ਵਿੱਚ ਤੇ ਉਹਦੇ ਕਦਮਾਂ ਨੂੰ ਰੋਕਿਆ ਨਹੀਂ ਜਾ ਸਕਿਆ, ਇਸ ਛੋਟੀ ਜੀ ਹਵੇਲੀ ਦੇ ਵਿੱਚੋਂ ਵੀ ਗੁਰੂ ਗੋਬਿੰਦ ਸਿੰਘ ਦਾ ਲੱਖਾਂ ਦੀ ਫੌਜ ਦੇ ਵਿੱਚੋਂ ਨਿਕਲ ਜਾਣਾ ਸਾਡੇ ਲਈ ਬਹੁਤ ਵੱਡੀ ਨਮੋਸ਼ੀ ਵਾਲੀ ਹਾਲ ਹੈ। ਜਦੋਂ 9 ਪੋਹ ਨੂੰ ਸੰਗਤ ਸਿੰਘ ਦਾ ਸਿਰ ਲੈ ਕੇ ਇਹ ਜੰਗ ਸਮਾਪਤ ਕਰਕੇ ਸਰਹੰਦ ਪਹੁੰਚਦਾ ਹੈ, ਤੇ ਇਸ ਨੂੰ ਪਹੁੰਚਦਿਆਂ ਹੋਇਆਂ ਇੱਕ ਸੁਨੇਹਾ ਮਿਲਦਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਜ਼ੁਰਗ ਮਾਤਾ ਤੇ ਉਹਨਾਂ ਦੇ ਛੋਟੇ ਸਾਹਿਬਜ਼ਾਦੇ ਅਸੀਂ ਗ੍ਰਿਫਤਾਰ ਕਰ ਲਏ ਨੇ। ਮਰਿੰਡੇ ਤੋਂ ਸੁਨੇਹਾ ਆਉਂਦਾ ਤੇ ਅਗਲੇ ਹੁਕਮ ਵਾਸਤੇ ਕੀ ਆਗਿਆ ਹੈ। ਵਜ਼ੀਰ ਖਾਨ ਹਾਰਿਆ ਹੋਇਆ, ਥੱਕਿਆ ਟੁੱਟਿਆ ਹੋਇਆ ਆਇਆ। ਇਸ ਨੇ ਆਖਿਆ ਕਿ 10 ਪੋਹ ਨੂੰ ਸਾਹਿਬਜ਼ਾਦਿਆਂ ਤੇ ਗੁਰੂ ਸਾਹਿਬ ਦੀ ਮਾਤਾ ਨੂੰ ਸਰਹੰਦ ਦੇ ਵਿੱਚ ਲਿਆਂਦਾ ਜਾਏ ਔਰ ਠੰਡੇ ਬੁਰਜ ਦੇ ਵਿੱਚ ਕੈਦ ਕਰ ਦਿੱਤਾ ਜਾਏ। 10 ਪੋਹ ਦੀ ਰਾਤ ਮਾਤਾ ਗੁਜਰੀ ਨੂੰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਕਰ ਦਿੱਤਾ ਗਿਆ। ਸਰਹੰਦ ਦੇ ਆਲੇ ਦੁਆਲੇ ਇੱਕ ਦੀਵਾਰ ਸੀ, ਪੁਰਾਣੇ ਨਗਰਾਂ ਦਾ ਇੰਝ ਹੀ ਹੁੰਦਾ ਸੀ, ਤੇ ਉਸ ਦੀਵਾਰ ਆਲੇ ਦੁਆਲੇ ਦੇ ਵਿੱਚ 8 ਬੁਰਜ ਸਨ। ਸਰਹੰਦ ਦੇ ਆਲੇ ਦੁਆਲੇ ਇਹਨਾਂ 8 ਬੁਰਜਾਂ ਵਿੱਚੋਂ ਇਸ ਨੂੰ ਇਹ ਨਹੀਂ ਵੀ ਜਦੋਂ ਸਾਹਿਬਜ਼ਾਦੇ ਉੱਥੇ ਰਹੇ ਉਸ ਤੋਂ ਪਹਿਲਾਂ ਵੀ ਠੰਡਾ ਹੀ ਬੁਰਜ ਕਿਹਾ ਜਾਂਦਾ ਸੀ। ਠੰਡਾ ਬੁਰਜ ਤਾਂ ਆਖਿਆ ਜਾਂਦਾ ਸੀ ਕਿ ਇਹਦੇ ਕੋਲ ਦੀ ਬਿਲਕੁਲ ਛੋਟੀ ਜੀ ਨਦੀ ਪਾਣੀ ਦਾ ਸੋਮਾ ਵਗਦਾ ਸੀ। ਇਹ ਠੰਡਾ ਬੁਰਜ ਧਰਤੀ ਦੀ ਸਤ੍ਹਾ ਤੋਂ 140 ਫੁੱਟ ਉੱਚਾ ਸੀ। ਗੁਰਮਤਿ ਪ੍ਰਕਾਸ਼ ਦੇ ਸਹਿ ਸੰਪਾਦਕ ਰਹੇ ਨੇ ਸਿਮਰਜੀਤ ਸਿੰਘ। ਉਹਨਾਂ ਨੇ ਬਕਾਇਦਾ ਆਪਣੇ ਇੱਕ ਲੇਖ ਵਿੱਚ ਜ਼ਿਕਰ ਕੀਤਾ ਕਿ 140 ਫੁੱਟ ਧਰਤੀ ਤੋਂ ਉੱਚਾ ਸੀ ਠੰਡਾ ਬੁਰਜ ਉਸ ਸਮੇਂ। ਗਰਮੀਆਂ ਦੇ ਦਿਨਾਂ ਵਿੱਚ ਵੀ ਜਦੋਂ ਨੇੜੇ ਕੋਲੋਂ ਦੀ ਪਾਣੀ ਵਗਦਾ ਸੀ, ਹਵਾ ਸਪਰਸ਼ ਕਰਕੇ ਜਦੋਂ ਠੰਡੇ ਬੁਰਜ ਦੇ ਵਿੱਚ ਆਉਂਦੀ ਸੀ, ਉਹ ਗਰਮੀਆਂ ਦੇ ਰੁੱਤੇ ਵੀ ਅੱਤ ਦਾ ਠੰਡਾ ਰਹਿੰਦਾ ਸੀ, ਉਹਨੂੰ ਤਾਂ ਠੰਡਾ ਬੁਰਜ ਕਹਿੰਦੇ ਸੀ। ਪਰ ਅੱਜ 10 ਪੋਹ ਦੀ ਰਾਤ ਹੈ, ਅੱਤ ਦੀ ਸਰਦੀ ਦੇ ਦਿਨ ਨੇ, ਜਿਹੜਾ ਬੁਰਜ ਗਰਮੀਆਂ ਦੇ ਵਿੱਚ ਵੀ ਅੱਤ ਦਾ ਠੰਡਾ ਰਹਿੰਦਾ ਸੀ, ਉਸ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰੀ ਨੂੰ ਉਹਦੇ ਪੋਤਰਿਆਂ ਭਾਵ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਸਮੇਤ ਉੱਥੇ ਕੈਦ ਕਰ ਦਿੱਤਾ ਗਿਆ। ਰਾਤ ਕਿਵੇਂ ਗੁਜਰੀ ਹੈ? ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ, ਮਾਤਾ ਗੁਜਰੀ ਸਾਹਿਬਜ਼ਾਦੇ ਜਦੋਂ ਠੰਡ ਲੱਗਦੀ ਹੈ ਕੋਸ਼ਿਸ਼ ਕਰਦੀ ਹੈ ਆਪਣੀ ਗੋਦੀ ਦੇ ਵਿੱਚ ਉਹਨਾਂ ਦੇ ਸਿਰ ਰੱਖ ਕੇ ਉਹਨਾਂ ਦੀਆਂ ਪਿੱਠਾਂ ਤੇ ਹੱਥ ਫੇਰਦੀ ਹੈ, ਆਪਣੇ ਬਜ਼ੁਰਗ ਗਰਮ ਸਰੀਰ ਦਾ ਨਿੱਘ ਦੇ ਕੇ ਉਹਨਾਂ ਦੀ ਠੰਡ ਦੂਰ ਕਰਨੀ ਚਾਹੁੰਦੀ ਹੈ। ਕਦੀ ਉਹਨਾਂ ਦੀਆਂ ਕੰਧਾਂ ਤੇ ਹੱਥ ਫੇਰਦੀ ਹੈ, ਕਦੀ ਉਹਨਾਂ ਦੇ ਸਿਰਾਂ ਤੇ ਹੱਥ ਫੇਰਦੀ ਹੈ। ਅੱਤ ਦੀ ਸੀਤ ਠੰਡ ਦੇ ਵਿੱਚ ਜਦੋਂ ਬੁੱਲ੍ਹ ਨੀਲੇ ਹੁੰਦੇ ਨੇ, ਆਪਣੇ ਅੰਦਰ ਦੇ ਗਰਮ ਸਾਹਾਂ ਨਾਲ ਆਪਣੇ ਬੁੱਲ੍ਹਾਂ ਨੂੰ ਉਹਨਾਂ ਬੁੱਲ੍ਹਾਂ ਦੇ ਨਾਲ ਲਾ ਕੇ ਉਹਨਾਂ ਦੇ ਬੁੱਲ੍ਹਾਂ ਨੂੰ ਗਰਮਾਉਣ ਦਾ ਯਤਨ ਕਰਦੀ ਹੈ, ਕਦੀ ਉਹਨਾਂ ਦੇ ਮੱਥੇ ਨੂੰ ਚੁੰਮਦੀ ਹੈ। ਇਸੇ ਤਰ੍ਹਾਂ ਰਾਤ ਲੰਘੀ, ਸਵੇਰ ਦਾ ਸਮਾਂ ਹੋਇਆ। ਮਾਤਾ ਗੁਜਰੀ ਨੇ ਆਪਣੇ ਪੁੱਤਰਿਆਂ ਨੂੰ ਜਗਾਇਆ, ਆਪਣੀ ਗੋਦ ਵਿੱਚ ਬਿਠਾਇਆ, ਆਪਣੇ ਨੇੜੇ ਬਿਠਾਇਆ ਔਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜੁੜਨ ਲੱਗੀ ਹੈ। ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰਦੀ ਹੈ। ਸਾਹਿਬਜ਼ਾਦੇ ਉਸ ਪਾਵਨ ਬਾਣੀ ਦੇ ਪਾਠ ਨੂੰ ਸਰਵਣ ਕਰਦੇ ਨੇ
ਠੰਡੇ ਬੁਰਜ ਦੇ ਵਿੱਚ ਬੈਠੀ ਹੋਈ ਕਲਗੀਧਰ ਪਿਤਾ ਦੀ ਬਿਰਧ ਮਾਂ ਆਪਣੇ ਛੋਟੇ ਛੋਟੇ ਪੁੱਤਰਿਆਂ ਨੂੰ ਮਾਨੋ ਅੰਮ੍ਰਿਤ ਵੇਲੇ ਦਾ ਨਿਤਨੇਮ ਸੁਣਾ ਰਹੀ ਹੈ। ਨਾਲ ਤੇ ਪੋਤਿਆਂ ਦੇ ਸਿਰਾਂ ਤੇ ਹੱਥ ਫੇਰਦੀ ਹੈ, ਨਾਲ ਆਪਣੀ ਰਸਨਾ ਤੋਂ ਇਹ ਜਾਪ ਕਰਦੀ ਹੈ, ਕੁਦਰਤ ਕਮਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਨਾਲੇ ਜਪਜੀ ਦਾ ਜਾਪ ਕਰਦੀ ਜਾਂਦੀ ਹੈ। ਤਿਥੈ ਜੋਤ ਮਹਾਬਲ ਸੂਰ, ਤਿਨ ਮੈਂ ਰਾਮ ਰਹਿਆ ਭਰਪੂਰ, ਤਿਥੈ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕਿ ਰੂਪ ਨ ਕਥਨੇ ਜਾਹੇ। ਇਹ ਕਰਦੀ ਕਰਦੀ ਉੱਥੇ ਪਹੁੰਚ ਗਈ ਆ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਹੋਰ ਬਾਣੀਆਂ ਦਾ ਪਾਠ ਕੀਤਾ। ਦਿਨ ਦਾ ਚੜ੍ਹਾਅ ਹੋਇਆ, ਸੂਰਜ ਚੜ੍ਹਨ ਲੱਗਾ ਤੇ ਉਸ ਪਾਸਿਓਂ ਵਜ਼ੀਰ ਖਾਨ ਨੇ ਹੁਕਮ ਕੀਤਾ ਕਿ ਸਾਹਿਬਜ਼ਾਦਿਆਂ ਨੂੰ ਕਚਹਿਰੀ ਦੇ ਵਿੱਚ ਲਿਆ ਕੇ ਪੇਸ਼ ਕੀਤਾ ਜਾਏ। ਸਿਪਾਹੀਆਂ ਨੇ ਆ ਕੇ ਆਵਾਜ਼ ਦਿੱਤੀ ਹੈ, ਮਾਤਾ ਤੇਰੇ ਪੁੱਤਰਿਆਂ ਨੂੰ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਲਿਜਾ ਕੇ ਪੇਸ਼ ਕਰਨਾ। ਮਾਤਾ ਗੁਜਰੀ ਨੇ ਆਪਣੇ ਪੁੱਤਰਿਆਂ ਨੂੰ ਇਹ ਬਚਨ ਆਖਿਆ, ਬੇਟਾ ਤੁਸੀਂ ਸੂਬਾ ਸਰਹੰਦ ਦੀ ਕਚਹਿਰੀ ਦੇ ਵਿੱਚ ਜਾਣਾ ਹੈ, ਜਿਹੜਾ ਬੜਾ ਜ਼ਾਲਮ ਹੈ। ਤੁਹਾਨੂੰ ਡਰਾਵੇ ਦਿੱਤੇ ਜਾਣਗੇ, ਤੁਹਾਨੂੰ ਲਾਲਚ ਦਿੱਤੇ ਜਾਣਗੇ, ਪਰ ਮੇਰੇ ਲਾਲੋ ਇੱਕ ਗੱਲ ਚੇਤੇ ਰੱਖਿਓ, ਤੁਸੀਂ ਉਸ ਸ਼ੇਰ ਮਰਦ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬੱਚੇ ਹੋ, ਜਿਨ੍ਹਾਂ ਨੇ ਕਦੀ ਜ਼ਾਲਮਾਂ ਦੀ ਈਨ ਨਹੀਂ ਮੰਨੀ। ਤੁਸੀਂ ਉਸ ਗੁਰੂ ਤੇਗ ਬਹਾਦਰ ਸਾਹਿਬ ਦੇ ਪੁੱਤਰੇ ਹੋ, ਜਿਨੇ ਜ਼ੁਲਮ ਦੀ ਖਾਤਰ ਆਪਣਾ ਸੀਸ ਕੁਰਬਾਨ ਕੀਤਾ। ਤੇ ਪੁੱਤਰ ਯਾਦ ਰੱਖਣਾ, ਕਿਸੇ ਦੇ ਕੋਲੋਂ ਭੈ ਨਹੀਂ ਖਾਣਾ, ਤੇ ਸਗੋਂ ਜਾ ਕੇ ਕਚਹਿਰੀ ਦੇ ਵਿੱਚ ਗੱਜ ਕੇ ਗੁਰੂ ਦੀ ਬਖਸ਼ੀ ਫਤਿਹ ਬੁਲਾਉਣੀ ਹੈ। ਇਹ ਸਿੱਖਿਆ ਦੇ ਕੇ ਮਾਤਾ ਗੁਜਰੀ ਨੇ ਪਹਿਲੇ ਦਿਨ 11 ਪੋਹ ਦਾ ਦਿਨ ਹੈ, ਜਦੋਂ ਕਚਹਿਰੀ ਦੇ ਵਿੱਚ ਪੇਸ਼ੀ ਹੋਣੀ ਹੈ, ਆਪਣੇ ਪੁੱਤਰਿਆਂ ਨੂੰ ਤੋਰ ਦਿੱਤਾ। ਆਪ ਬੈਠ ਗਈ ਹੈ ਉਸ ਠੰਡੇ ਬੁਰਜ ਦੇ ਵਿੱਚ, ਅਕਾਲ ਪੁਰਖ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜ ਕੇ ਅਰਦਾਸ ਕਰਦੀ ਹੈ, ਅਕਾਲ ਪੁਰਖ ਵਾਹਿਗੁਰੂ ਇਹਨਾਂ ਗੁਰੂ ਪੁੱਤਰਾਂ ਦਾ ਸਿਦਕ ਨਿਭਾਵੀਂ, ਇਹਨਾਂ ਨੂੰ ਦ੍ਰਿੜਤਾ ਬਖਸ਼ੀ, ਇਹਨਾਂ ਤੇ ਮਿਹਰ ਭਰਿਆ ਹੱਥ ਰੱਖੀ। ਦੂਸਰੇ ਪਾਸੇ ਸਿਪਾਹੀ ਰਸਤੇ ਦੇ ਵਿੱਚ ਸਮਝਾਉਂਦੇ ਜਾਂਦੇ ਨੇ ਸਾਹਿਬਜ਼ਾਦਿਆਂ ਕਿ ਬੱਚਿਓ, ਸੂਬਾ ਸਰਹੰਦ ਵਜ਼ੀਰ ਖਾਨ ਦੀ ਕਚਹਿਰੀ 'ਚ ਤੁਸੀਂ ਪੇਸ਼ ਹੋਣਾ ਹੈ। ਇਸ ਕਰਕੇ ਜਿਵੇਂ ਅਸੀਂ ਸਲਾਮ ਕਰਾਂਗੇ, ਝੁਕ ਕੇ ਸਲਾਮ ਕਰਕੇ ਫਿਰ ਤੁਸੀਂ ਕਚਹਿਰੀ ਦੇ ਵਿੱਚ ਦਾਖਲ ਹੋਣਾ ਹੈ। ਸਾਰਾ ਰਸਤਾ ਜਿੰਨਾ ਵੀ ਉੱਥੋਂ ਬਣਦਾ ਹੈ, ਠੰਡੇ ਬੁਰਜ ਤੋਂ ਜਿਹੜਾ ਕਚਹਿਰੀ ਦਾ ਥਾਂ ਜਿੱਥੇ ਨੀਹਾਂ 'ਚ ਚਿਣੇ ਗਏ ਨੇ, ਬਹੁਤ ਲੰਬਾ ਫਾਸਲਾ ਨਹੀਂ ਹੈ, ਪਰ ਕੋਈ 500-700 ਫੁੱਟ ਦਾ ਫਾਸਲਾ ਤੇ ਹੋਣਾ ਹੀ ਹੈ। ਇੰਨਾ ਕਿਤੇ ਹੈਗਾ, ਜਦੋਂ ਅਸੀਂ ਦਰਸ਼ਨ ਕਰਦੇ ਹਾਂ, ਜਾ ਕੇ ਦੇਖਦੇ ਹਾਂ, ਥੋੜਾ ਬਹੁਤਾ ਵੱਧ ਘੱਟ ਹੋ ਸਕਦਾ। ਇਹਨਾਂ ਰਸਤਾ ਸਿਪਾਹੀ ਜਿਹੜੇ ਨੇ ਉਹ ਸਾਹਿਬਜ਼ਾਦਿਆਂ ਨੂੰ ਇਹ ਸਮਝਾਉਂਦੇ ਗਏ ਵੀ ਜਿਵੇਂ ਅਸੀਂ ਦਰਬਾਰ ਵਿੱਚ ਵੜਨਾ, ਤੁਹਾਨੂੰ ਵੀ ਉਵੇਂ ਸਲਾਮ ਕਰਕੇ ਝੁਕ ਕੇ ਤੇ ਫਿਰ ਕਚਹਿਰੀ ਦੇ ਵਿੱਚ ਜਾਣਾ ਹੋਵੇਗਾ। ਸਾਹਿਬਜ਼ਾਦੇ ਸੁਣਦੇ ਗਏ। ਜਦੋਂ ਕਚਹਿਰੀ ਦੇ ਵਿੱਚ ਜਾ ਕਰਕੇ ਦਾਖਲ ਹੋਏ, ਸਿਪਾਹੀਆਂ ਨੇ ਸਿਰ ਝੁਕਾ ਕੇ ਸਲਾਮ ਕੀਤੀ, ਸਜਦਾ ਕੀਤਾ ਤੇ ਉਹ ਅੱਗੇ ਕਚਹਿਰੀ ਦੇ ਵਿੱਚ ਚਲੇ ਗਏ। ਛੋਟੇ ਦੋਵੇਂ ਸਾਹਿਬਜ਼ਾਦੇ ਜਦੋਂ ਕਚਹਿਰੀ ਦੇ ਵਿੱਚ ਦਾਖਲ ਹੋਏ, ਦਾਖਲ ਹੁੰਦਿਆਂ ਸਾਰੀ ਇੱਕ ਦੂਜੇ ਨੂੰ ਮੁਖਾਤਬ ਹੋ ਕਰਕੇ ਉਹਨਾਂ ਗੱਜ ਕੇ ਆਖਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੁਣ ਕੇ ਸੂਬਾ ਸਰਹੰਦ ਗੁੱਸੇ ਦੇ ਵਿੱਚ ਮੱਥੇ ਤੇ ਵੱਟ ਪੈ ਗਈ, ਆਪੇ ਤੋਂ ਬਾਹਰ ਹੋ ਗਿਆ। ਸਭ ਤੋਂ ਪਹਿਲਾਂ ਉਸਨੇ ਸਿਪਾਹੀਆਂ ਨੂੰ ਆਖਿਆ, ਉਹ ਤੁਹਾਨੂੰ ਅਜੇ ਤੱਕ ਪਤਾ ਨਹੀਂ ਲੱਗਿਆ ਮੁਜਰਮ ਨੂੰ ਕਚਹਿਰੀ ਵਿੱਚ ਪੇਸ਼ ਕਿਵੇਂ ਕੀਤਾ ਜਾਂਦਾ। ਸਿਪਾਹੀਆਂ ਆਖਿਆ ਵੀ ਜਨਾਬ, ਅਸੀਂ ਤੇ ਸਾਰਾ ਰਸਤਾ ਸਮਝਾਉਂਦੇ ਆਏ ਆ, ਪਰ ਪਤਾ ਨਹੀਂ ਵੀ ਸਾਡੀ ਗੱਲ ਇਹਨਾਂ ਦੀ ਸਮਝ ਵਿੱਚ ਨਹੀਂ ਪਈ। ਸੁਚਾਨੰਦ ਨੇ ਆਖਿਆ, ਜਿਸ ਨੂੰ ਇਤਿਹਾਸ ਵਿੱਚ ਝੂਠਾ ਨੰਦ ਆਖਿਆ ਜਾਂਦਾ, ਕਿਉਂਕਿ ਬੰਦੇ ਦਾ ਨਾਂ ਜੋ ਮਰਜ਼ੀ ਹੋਵੇ,
ਬੰਦੇ ਦੀ ਕਰਨੀ ਕਰਕੇ, ਬੰਦੇ ਦੀ ਕਰਤੂਤ ਕਰਕੇ ਬੰਦਾ ਜਾਣਿਆ ਜਾਂਦਾ ਹੈ। ਇਸ ਨੂੰ ਇਤਿਹਾਸ ਨੇ ਆਖਿਆ ਝੂਠਾ ਆਨੰਦ, ਭਾਵੇਂ ਇਹਦਾ ਨਾਂ ਸੁੱਚਾ ਆਨੰਦ ਸੀ। ਬੇਨਤੀ ਕਰਾਂ, ਇੱਕ ਦੀਵਾਨ ਹੋਇਆ ਸਿੱਖ ਇਤਿਹਾਸ ਦੇ ਅੰਦਰ ਜਿਹਦਾ ਨਾਂ ਸੀ ਦੀਵਾਨ ਕੌੜਾ ਮੱਲ। ਇਤਿਹਾਸ ਦੇ ਵਿੱਚ ਉਹਨੂੰ ਦੀਵਾਨ ਮਿੱਠਾ ਮੱਲ ਕਰਕੇ ਆਖਿਆ ਜਾਂਦਾ। ਡਾਕਟਰ ਵੀਰ ਸਿੰਘ ਹੋਣੀ, ਇਹਨਾਂ ਦਾ ਘਰਾਣਾ ਜਿਹੜਾ ਇਹ ਦੀਵਾਨ ਹੈ ਮਿੱਠਾ ਮੱਲ ਦੇ ਨਾਲ ਜਾ ਕੇ ਜੁੜਦਾ, ਉਹਨਾਂ ਦੀ ਅੰਸ ਬੰਸ ਅੱਗੇ ਚੱਲਦੀ ਹੈ। ਬੇਨਤੀ ਕਰ ਰਿਹਾ ਸਾਂ, ਇਹ ਝੂਠਾ ਆਨੰਦ ਅੱਗੇ ਆਇਆ ਨੇ ਆਖਿਆ ਉਹ ਸਾਹਿਬਜ਼ਾਦਿਓ, ਇਹ ਤੁਹਾਡਾ ਆਨੰਦਪੁਰ ਨਹੀਂ, ਸੂਬੇ ਨੂੰ ਸਲਾਮ ਕਰੋ, ਤੁਹਾਡੇ ਤੇ ਕੋਈ ਰਹਿਮ ਕਰ ਸਕਦਾ ਹੈ। ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੇ ਆਖਿਆ, ਉਹ ਕਹਿਣ ਲੱਗੇ ਇਸ ਫਤਿਹ ਦੇ ਪਿੱਛੇ ਸਾਡੇ ਪੜਦਾਦੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹੀਦੀ ਦਾ ਬਲ ਹੈ, ਸਾਡੇ ਦਾਦੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਕੁਰਬਾਨੀ ਦਾ ਬਲ ਹੈ। ਇਸ ਫਤਿਹ ਦੇ ਪਿੱਛੇ ਅੰਮ੍ਰਿਤ ਖੰਡੇ ਬਾਟੇ ਦੇ ਅੰਮ੍ਰਿਤ ਦੀ ਤਸੀਰ ਦੀ ਸ਼ਕਤੀ ਹੈ। ਅਸੀਂ ਇਹ ਫਤਿਹ ਬੁਲਾਈ ਹੈ। ਸਾਡੀ ਦਾਦੀ ਨੇ ਸਿੱਖਿਆ ਦਿੱਤੀ ਹੈ ਵੀ ਜਦੋਂ ਜਾਣਾ ਫਤਿਹ ਬੁਲਾਉਣੀ ਹੈ, ਅਸੀਂ ਫਤਿਹ ਬੁਲਾਈ ਹੈ ਤੇ ਫਤਿਹ ਬੁਲਾਉਂਦੇ ਰਵਾਂਗੇ। ਮੈਂ ਇੱਥੇ ਇੱਕ ਬੇਨਤੀ ਕਰਨੀ ਚਾਹੁੰਦਾ, ਗੁਰੂ ਕਾ ਇਤਿਹਾਸ ਸਰਵਣ ਕਰਨ ਵਾਸਤੇ, ਸਾਹਿਬਜ਼ਾਦਿਆਂ ਦਾ ਸ਼ਹੀਦੀ ਇਤਿਹਾਸ ਸੁਣਨ ਤੇ ਸੁਣਾਉਣ ਵਾਸਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੈਠੇ ਆ। ਸਾਹਿਬਜ਼ਾਦੇ ਉੱਥੇ ਫਤਿਹ ਬੁਲਾਉਂਦੇ ਨੇ ਜਿੱਥੇ ਉਹਨਾਂ ਦੀ ਫਤਿਹ, ਉਹਨਾਂ ਨੂੰ ਪਤਾ ਹੈ ਵੀ ਉਹਨਾਂ ਦੋਵਾਂ ਤੋਂ ਬਿਨਾਂ ਕਿਸੇ ਨੇ ਫਤਿਹ ਦਾ ਜਵਾਬ ਨਹੀਂ ਦੇਣਾ। ਸਾਹਿਬਜ਼ਾਦੇ ਉੱਥੇ ਫਤਿਹ ਬੁਲਾਉਂਦੇ ਨੇ ਜਿੱਥੇ ਉਹਨਾਂ ਨੂੰ ਪਤਾ ਵੀ ਜੇ ਫਤਿਹ ਬੁਲਾਉਂਦੇ ਆ ਸਾਡੇ ਸਿਰ ਕਲਮ ਕੀਤੇ ਜਾ ਸਕਦੇ ਨੇ। ਪਰ ਮਾਤਾ ਨੇ ਲਾਲਾ ਨੂੰ ਐਸੀ ਸਿੱਖਿਆ ਦਿੱਤੀ ਕਿ ਉਹਨਾਂ ਨੇ ਗੱਜ ਕੇ ਫਤਿਹ ਬੁਲਾਈ। ਗੁਰੂ ਕੇ ਸਾਹਿਬਜ਼ਾਦਿਆਂ ਦਾ ਇਤਿਹਾਸਕ ਦਿਨ ਮਨਾਉਂਦਿਆਂ ਬੇਨਤੀ ਕਰਾਂਗਾ, ਅੱਜ ਸਾਡੇ ਘਰਾਂ ਵਿੱਚ ਸਾਡੇ ਬੱਚਿਆਂ ਕੋਲ ਫਤਿਹ ਹੈਗੀ ਹੈ। ਸਾਰਿਆਂ ਨੇ ਆਪੋ ਆਪਣੇ ਅੰਦਰ ਝਾਤੀ ਮਾਰਨੀ ਹੈ ਵੀ ਅੱਜ ਸਾਡੇ ਕੋਲ ਫਤਿਹ ਹੈਗੀ ਹੈ। ਸਾਡੇ ਬੱਚੇ ਫਤਿਹ ਬੁਲਾਉਂਦੇ ਨੇ, ਸਾਡੇ ਪਰਿਵਾਰ ਦੇ ਵਿੱਚ ਗੁਰੂ ਕੀ ਫਤਿਹ ਬੁਲਾਈ ਜਾਂਦੀ ਹੈ। ਨਾ ਫਤਿਹ ਦੇ ਪਿੱਛੇ ਬੜੀ ਕੁਰਬਾਨੀ ਹੈ, ਬਹੁਤ ਵੱਡਾ ਇਤਿਹਾਸ ਹੈ। ਜੇ ਨਹੀਂ ਤੇ ਸਾਨੂੰ ਧਿਆਨ ਦੇਣਾ ਚਾਹੀਦਾ, ਅਸੀਂ ਆਪਣੇ ਬੱਚਿਆਂ ਨੂੰ ਫਤਿਹ ਬੁਲਾਉਣੀ ਸਿਖਾਈਏ। ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਵਿੱਚ ਬਹੁਤ ਕੁਝ ਚੰਗਾ ਵੀ ਵੇਖਣ ਨੂੰ ਮਿਲਦਾ ਹੈ ਤੇ ਬਾਕੀ ਤੇ ਸਾਰਾ ਕੁਝ ਹੈਗਾ ਹੀ ਹੈ, ਤੁਹਾਨੂੰ ਪਤਾ ਹੀ ਹੈ। ਮੈਂ ਇੱਕ ਸੋਸ਼ਲ ਮੀਡੀਆ 'ਚ ਦੇਖ ਰਿਹਾ ਸੀ, 2.5-3 ਸਾਲ ਦੀ ਬੱਚੀ, ਜਾਂ ਹੋ ਸਕਦਾ 3.5 ਸਾਲ ਦੀ ਹੋਵੇ, ਉਹਦੀ ਦਾਦੀ ਉਹਨੂੰ ਪੁੱਛ ਰਹੀ ਹੈ ਵੀ ਬੇਟਾ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਨੂੰ ਕਿੱਥੇ ਕੈਦ ਕੀਤਾ ਗਿਆ ਸੀ? ਉਹ ਤੋਤਲੀ ਦੀ ਜ਼ੁਬਾਨ ਨਾਲ ਕਹਿੰਦੀ ਹੈ ਠੰਡੇ ਬੁਰਜ ਵਿੱਚ। ਸਾਹਿਬਜ਼ਾਦੇ ਜਦੋਂ ਕਚਹਿਰੀ ਵਿੱਚ ਗਏ ਤੇ ਉਹਨਾਂ ਜਾ ਕੇ ਸਭ ਤੋਂ ਪਹਿਲਾਂ ਬੇਟਾ ਕੀ ਕੀਤਾ ਸੀ? ਆ 3-3.5 ਸਾਲ ਦੀ ਬੱਚੀ ਉਹ ਕਹਿੰਦੀ ਹੈ ਉਹਨਾਂ ਜਾ ਕੇ ਵਾਹਿਗੁਰੂ ਜੀ ਦੀ ਫਤਿਹ ਬੁਲਾਈ ਸੀ। ਸਾਹਿਬਜ਼ਾਦਿਆਂ ਨੂੰ ਸ਼ਹੀਦ ਕਿਵੇਂ ਕੀਤਾ ਗਿਆ ਸੀ? ਤੇ ਉਹ ਬੱਚੀ ਬੜੇ ਪਿਆਰ ਨਾਲ ਆਖਦੀ ਹੈ, ਅੰਮਾ ਜੀ, ਆਪਣੀ ਦਾਦੀ ਨੂੰ ਆਖਦੀ ਹੈ ਉਹਨਾਂ ਨੂੰ ਨੀਹਾਂ 'ਚ ਚਿਣ ਕੇ ਸ਼ਹੀਦ ਕੀਤਾ ਗਿਆ ਸੀ। ਉਹ ਫਿਰ ਪੁੱਛਦੀ ਹੈ ਉਹਨਾਂ ਨੂੰ ਦੁੱਧ ਕਿਹਨੇ ਪਿਲਾਇਆ ਸੀ? ਕਹਿੰਦੀ ਮੋਤੀ ਰਾਮ ਮਹਿਰਾ ਨੇ। ਉਹਨਾਂ ਦਾ ਸੰਸਕਾਰ ਕਿਹਨੇ ਕੀਤਾ ਸੀ? ਕਹਿਣ ਲੱਗੀ ਟੋਡਰ ਮੱਲ ਨੇ। ਇਹ 3-3.5 ਸਾਲ ਦੀ ਬੱਚੀ, ਇੱਥੋਂ ਪਤਾ ਲੱਗਦਾ ਹੈ ਉਹਦੀ ਦਾਦੀ ਨੇ, ਉਹਦੀ ਮਾਂ ਨੇ, ਪਰਿਵਾਰ ਵਿੱਚੋਂ ਕਿਸੇ ਨੇ ਵੀ ਤੇ ਸਿਖਾਇਆ ਹੈ, ਤਾਂ ਹੀ ਬੱਚੀ ਨੂੰ ਪਤਾ ਕਿ ਸਾਹਿਬਜ਼ਾਦੇ ਕਿੱਥੇ ਸ਼ਹੀਦ ਹੋਏ ਸੀ। ਤੇ ਅਸੀਂ ਆਪਣੇ ਘਰ ਦੇ ਵਿੱਚ ਆਪਣੇ ਬੱਚਿਆਂ ਨੂੰ ਫਤਿਹ ਬੁਲਾਉਣ ਦੀ ਆਦਤ ਪਾਈਏ, ਫਤਿਹ ਸਿਖਾਈਏ। 2-4-5 ਗੱਲਾਂ ਇਹ ਤੇ ਦੱਸੀਏ ਵੀ ਸਾਹਿਬਜ਼ਾਦੇ ਕਦੋਂ ਸ਼ਹੀਦ ਹੋਏ ਸੀ, ਕਿੱਥੇ ਕੈਦ ਕੀਤੇ ਗਏ, ਕਿੱਥੋਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਲਿਆਂਦਾ ਗਿਆ, ਉਹਨਾਂ ਦਾ ਸ਼ਹੀਦੀ ਕਿਵੇਂ ਹੋਈ, ਉਹਨਾਂ ਦਾ ਸੰਸਕਾਰ ਕਿਵੇਂ ਹੋਇਆ। ਇਹ ਸਾਰੀਆਂ ਗੱਲਾਂ ਸਾਨੂੰ ਆਪਣੇ ਘਰਾਂ ਦੇ ਵਿੱਚ ਲੈ ਕੇ ਆਉਣੀਆਂ ਪੈਣਗੀਆਂ ਜੇ ਅਸੀਂ ਉਸ ਕੌਮ ਦੇ ਵਾਰਸ ਕਮਾਉਣੇ ਆ। ਉਸ ਬੱਚੀ ਵੱਲ ਵੇਖ ਕੇ ਮੈਨੂੰ ਇਹ ਸਾਰਾ ਖਿਆਲ ਬਣਿਆ, ਉਹ ਜਿਨ੍ਹਾਂ ਦੇ ਵਾਸਤੇ ਕਲਗੀਧਰ ਪਾਤਸ਼ਾਹ ਨੇ ਦਮਦਮਾ ਸਾਹਿਬ ਦੀ ਧਰਤੀ ਤੇ
ਹੱਥ ਕਰਕੇ ਆਖਿਆ ਸੀ ਵੀ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੁਗੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਤੇ ਉਹਨਾਂ ਪੁੱਤਾਂ ਦੇ ਘਰ ਵਿੱਚ ਗੁਰੂ ਦੀ ਬਖਸ਼ੀ ਫਤਿਹ ਵੀ ਨਾ ਰਹਿ ਜਾਏ ਤੇ ਸਾਨੂੰ ਦੇਖ ਲੈਣਾ ਚਾਹੀਦਾ ਵੀ ਅਸੀਂ ਕਿੱਥੇ ਖੜੇ ਹਾਂ। ਇਤਿਹਾਸ ਸੁਣਾਉਣਾ ਮੁਬਾਰਕ ਹੈ, ਗੁਰੂ ਕੇ ਲੰਗਰ ਦੀ ਸੇਵਾ ਕਰਨੀ ਸਾਰਾ ਕੁਝ ਮੁਬਾਰਕ ਹੈ, ਸਾਰਾ ਕੁਝ ਹੋਣਾ ਚਾਹੀਦਾ ਹੈ, ਪਰ ਸਾਨੂੰ ਆਤਮ ਵਿਸ਼ਲੇਸ਼ਣ ਵੀ ਕਰਨਾ ਚਾਹੀਦਾ, ਸੈਲਫ ਐਨਾਲਿਸਿਸ ਵੀ ਕਰਨਾ ਚਾਹੀਦਾ ਵੀ ਅਸੀਂ ਕਿੱਥੇ ਖੜੇ ਹਾਂ। ਜੇ ਕੋਸ਼ਿਸ਼ ਕਰਾਂਗੇ ਬੱਚਿਆਂ ਨੂੰ ਫਤਿਹ ਬੁਲਾਉਣੀ ਆ ਜਾਏਗੀ, ਬੱਚਿਆਂ ਨੂੰ ਠੰਡੇ ਬੁਰਜ ਦਾ ਇਤਿਹਾਸ ਪਤਾ ਲੱਗ ਜਾਏਗਾ ਜੇ ਅਸੀਂ ਕੋਸ਼ਿਸ਼ ਕਰਾਂਗੇ। ਬੇਨਤੀ ਕਰ ਰਿਹਾ ਸਾਂ, ਸਾਹਿਬਜ਼ਾਦਿਆਂ ਆਖਿਆ ਕਿ ਇਹਦੇ ਪਿੱਛੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਤਸੀਰ ਹੈ, ਇਹਦੇ ਪਿੱਛੇ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦਾ ਬਲ ਹੈ, ਇਸ ਫਤਿਹ ਦੇ ਪਿੱਛੇ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਦਾ ਇਤਿਹਾਸ ਹੈ। ਅਸੀਂ ਫਤਿਹ ਬੁਲਾਈ ਹੈ ਤੇ ਹਮੇਸ਼ਾ ਚੜ੍ਹਦੀ ਕਲਾ ਦੇ ਨਾਲ ਫਤਿਹ ਗਜਾਉਂਦੇ ਰਵਾਂਗੇ। ਸਾਰੇ ਦਰਬਾਰ ਦੇ ਵਿੱਚ ਸਨਾਟਾ ਛਾ ਗਿਆ। ਵਜ਼ੀਰ ਖਾਨ ਵੀ ਬੜਾ ਕ੍ਰੋਧਿਤ ਹੋਇਆ, ਪਰ ਉਹ ਚਾਹੁੰਦਾ ਸੀ ਕਿ ਜਿਸ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਡੀ ਈਨ ਨਹੀਂ ਮੰਨੀ, ਜਿਸ ਨੂੰ ਅਸੀਂ ਮੁਕਾ ਨਹੀਂ ਸਕੇ, ਜੇ ਕਿਤੇ ਉਹਦੇ ਸਾਹਿਬਜ਼ਾਦੇ, ਉਹਦੀ ਮਾਂ ਗੁਜਰੀ ਇਸਲਾਮ ਧਰਮ ਕਬੂਲ ਕਰ ਲਵੇ, ਸਾਡੀ ਈਨ ਮੰਨ ਲਵੇ, ਤੇ ਮੇਰੇ ਵਾਸਤੇ ਬਹੁਤ ਵੱਡੀ ਪ੍ਰਾਪਤੀ ਹੋਵੇਗੀ। ਉਹਨਾਂ ਕੋਸ਼ਿਸ਼ ਕੀਤੀ, ਸਾਹਿਬਜ਼ਾਦਿਆਂ ਨੂੰ ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ, ਕਈ ਤਰ੍ਹਾਂ ਦੇ ਡਰਾਵੇ ਦਿੱਤੇ ਗਏ। ਅਖੀਰ ਪਹਿਲੇ ਦਿਨ ਦੀ ਕਚਹਿਰੀ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਸੂਬਾ ਸਰਹੰਦ ਨੇ ਆਖਿਆ, ਬੱਚਿਓ ਜਾਓ, ਮੈਂ ਤੁਹਾਡੇ ਤੇ ਰਹਿਮ ਕਰਦਾ, ਆਪਣੀ ਦਾਦੀ ਨਾਲ ਸਲਾਹ ਕਰ ਲਿਓ, ਨਹੀਂ ਤੇ ਅਨਿਆਈ ਮੌਤ ਤੇ ਮਾਰੇ ਜਾਓਗੇ। ਤੁਹਾਨੂੰ ਬਹੁਤ ਪਿਆਰ ਕਰਦੀ ਹੈ ਤੁਹਾਡੀ ਦਾਦੀ, ਜਾ ਕੇ ਉਹਨੂੰ ਦੱਸਿਓ ਵੀ ਜੇ ਅਸੀਂ ਕੱਲ ਨੂੰ ਈਨ ਨਾ ਮੰਨੀ ਤੇ ਸਾਡਾ ਜੀਵਨ ਖਤਮ ਹੋ ਜਾਣਾ। ਹੋ ਸਕਦਾ ਤੁਹਾਨੂੰ ਪਿਆਰ ਕਰਨ ਵਾਲੀ ਤੁਹਾਡੀ ਦਾਦੀ ਤੁਹਾਡੀ ਜਾਨ ਦੇ ਬਦਲੇ ਤੁਹਾਡੀ ਈਨ ਮੰਨਣੀ ਪ੍ਰਵਾਨ ਕਰ ਲਏ। ਸਾਹਿਬਜ਼ਾਦੇ ਕੁਝ ਕਹਿਣਾ ਚਾਹੁੰਦੇ ਸਨ। ਸੂਬਾ ਸਰਹੰਦ ਵਜ਼ੀਰ ਖਾਨ ਛੇਤੀ ਦੇ ਨਾਲ ਕਚਹਿਰੀ ਤੋਂ ਉੱਠ ਕੇ ਚਲਿਆ ਗਿਆ ਤੇ ਸਿਪਾਹੀਆਂ ਨੇ ਸਾਹਿਬਜ਼ਾਦਿਆਂ ਨੂੰ ਫਿਰ ਦੁਬਾਰਾ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰੀ ਦੇ ਕੋਲ ਜਾ ਕੇ ਕੈਦ ਕਰ ਦਿੱਤਾ ਹੈ। ਮਾਤਾ ਗੁਜਰੀ ਆਪਣੇ ਪੋਤਰਿਆਂ ਨੂੰ ਮਿਲਦੀ ਹੈ, ਪਿਆਰ ਕਰਦੀ ਹੈ, ਮਸਤਕ ਚੁੰਮਦੀ ਹੈ, ਗਲ ਵਕੜੀ ਦੇ ਵਿੱਚ ਲੈਂਦੀ ਹੈ ਤੇ ਕਾਫੀ ਸਮਾਂ ਇੰਜ ਗੁਜ਼ਾਰ ਕੇ ਜਦੋਂ ਗਲ ਵਕੜੀ ਢਿੱਲੀ ਕਰਦੀ ਹੈ ਤੇ ਕਚਹਿਰੀ ਵਿੱਚ ਕੀ ਹੋਇਆ ਇਹ ਆਪਣੇ ਪੋਤਰਿਆਂ ਨੂੰ ਪੁੱਛਣ ਲੱਗੀ। ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਨੇ ਆਖਿਆ ਵੀ ਮਾਤਾ ਜੀ, ਤੁਸਾਂ ਆਖਿਆ ਸੀ ਫਤਿਹ ਬੁਲਾਉਣੀ ਹੈ, ਅਸੀਂ ਦੋਵਾਂ ਵੀਰਾਂ ਨੇ ਗੱਜ ਕੇ ਫਤਿਹ ਬੁਲਾਈ ਸੀ। ਜਿਵੇਂ ਤੁਸੀਂ ਆਖਿਆ ਸੀ ਤੁਹਾਨੂੰ ਡਰਾਵੇ ਦੇਣਗੇ, ਲਾਲਚ ਦੇਣਗੇ, ਇਹ ਸਾਰਾ ਕੁਝ ਮਾਤਾ ਜੀ ਉਵੇਂ ਹੀ ਹੋਇਆ, ਪਰ ਅਸੀਂ ਤੁਹਾਡੀ ਸਿੱਖਿਆ ਨੂੰ ਨਿਭਾਇਆ। ਅਸੀਂ ਕਿਸੇ ਤਰ੍ਹਾਂ ਦੇ ਡਰਾਵੇ ਤੋਂ ਡਰੇ ਨਹੀਂ, ਅਸੀਂ ਕਿਸੇ ਤਰ੍ਹਾਂ ਦੇ ਲਾਲਚ ਵਿੱਚ ਆ ਕੇ ਅਸੀਂ ਕਿਸੇ ਤਰ੍ਹਾਂ ਦਾ ਕੋਈ ਇਸ ਤਰ੍ਹਾਂ ਦਾ ਕੰਮ ਬਚਨ ਨਹੀਂ ਕੀਤਾ ਵੀ ਜਿਸ ਦੇ ਨਾਲ ਸਾਡੇ ਪਿਤਾ ਤੇ ਸਾਡੇ ਦਾਦੇ ਦਾ ਸਿਰ ਨੀਵਾਂ ਹੋਵੇ। ਮਾਤਾ ਜੀ ਤੁਸੀਂ ਆਖਿਆ ਸੀ ਪੁੱਤਰ ਤੁਹਾਡੇ ਵੱਡਿਆਂ ਦੀ ਪੱਗ ਨੂੰ ਦਾਗ ਨਾ ਲੱਗ ਜਾਏ। ਮਾਤਾ ਜੀ ਅੱਜ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਅਸੀਂ ਵੱਡਿਆਂ ਦੀ ਪੱਗ ਬੇਦਾਗ ਲੈ ਕੇ ਤੁਹਾਡੇ ਕੋਲ ਵਾਪਸ ਆਏ ਹਾਂ। ਮਾਤਾ ਗੁਜਰੀ ਨੇ ਸੁੱਖ ਦਾ ਸਾਹ ਲਿਆ। ਅੱਜ ਦਾ ਦਿਨ ਗੁਜ਼ਰਿਆ, ਇਹਨਾਂ ਦੀ ਉਮਰ ਛੋਟੀ ਹੈ, 7 ਤੇ 9 ਸਾਲ ਦੇ ਨੇ, ਫਿਰ ਵੀ ਮਾਲਕ ਦੀ ਇਹਨੇ ਮਿਹਰ ਕੀਤੀ ਹੈ। ਮਾਤਾ ਗੁਜਰੀ ਸੋ ਦਰ ਰਹਿਰਾਸ ਸਾਹਿਬ ਦਾ ਪਾਠ ਕਰਨ ਲੱਗ ਪਈ ਹੈ। ਰਾਤ ਦਾ ਸਮਾਂ ਗੁਜ਼ਰ ਰਿਹਾ। ਪਾਠ ਕਰਨ ਤੋਂ ਉਪਰੰਤ ਸਾਹਿਬਜ਼ਾਦਿਆਂ ਨੂੰ ਸਵਾਉਣ ਦਾ ਯਤਨ ਕਰਦੀ ਹੈ। ਅੱਤ ਦੀ ਠੰਡ ਦੇ ਦਿਨਾਂ ਵਿੱਚ ਕਿੰਨੀ ਕੁ ਨੀਂਦ ਆ ਸਕਦੀ ਹੈ, ਕਿਸ ਤਰ੍ਹਾਂ ਦਾ ਸਮਾਂ ਹੋਏਗਾ, ਕਦੀ ਉਸ ਨੂੰ ਆਪਣੀ ਸੁਰਤ ਦੇ ਵਿੱਚ ਲਿਆਉਣ ਦਾ ਯਤਨ ਕਰਨਾ। ਇਤਿਹਾਸ ਨੇ ਬਚਨ ਲਿਖਿਆ, ਅੱਧੀ ਕੁ ਰਾਤ ਦਾ ਸਮਾਂ ਹੋਇਆ, ਦਰਵਾਜ਼ਾ ਖੜਕਿਆ। ਮਾਤਾ ਗੁਜਰੀ ਨੇ ਬਾਹਰ ਦੇਖਿਆ, ਦਰਵਾਜ਼ਾ ਦੇ ਸਾਹਮਣੇ ਸਿਪਾਹੀ ਖੜਾ ਹੈ। ਸਿਪਾਹੀ ਦੇ ਨਾਲ ਇੱਕ ਬੰਦਾ ਖਲੋਤਾ ਹੋਇਆ ਜਿਹੜਾ ਹੱਥ ਜੋੜ ਕੇ ਸਿਪਾਹੀ ਨੂੰ ਬੇਨਤੀਆਂ ਕਰ ਰਿਹਾ।
ਮਾਤਾ ਗੁਜਰੀ ਨੇ ਜਦੋਂ ਦੇਖਿਆ ਤੇ ਇਸ ਦਾ ਨਾਮ ਇਤਿਹਾਸਕਾਰਾਂ ਲਿਖਿਆ ਵੀ ਮੋਤੀ ਰਾਮ। ਇਹ ਰਾਤ ਸਾਹਿਬਜ਼ਾਦਿਆਂ ਵਾਸਤੇ ਦੁੱਧ ਲੈ ਕੇ ਆਇਆ। ਦੁੱਧ ਦੀ ਸੇਵਾ ਕਰਨ ਬਦਲੇ ਜੋ ਇਹਦੇ ਕੋਲ ਘਰ ਵਿੱਚ ਧਨ ਸੀ, ਜੋ ਕੁਝ ਸਿਪਾਹੀਆਂ ਨੂੰ ਦੇ ਸਕਦਾ ਸੀ ਦਿੱਤਾ, ਔਰ ਬੱਚੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਆਉਣ ਦੀ ਸੇਵਾ ਕਰਨ ਦੇ ਬਦਲੇ ਇਹਨੇ ਆਪਣਾ ਗਰੀਬ ਮਨੁੱਖ ਨੇ ਜੋ ਕੁਝ ਸੀ ਕੁਰਬਾਨ ਕਰਕੇ ਸਾਹਿਬਜ਼ਾਦਿਆਂ ਦੀ ਦੁੱਧ ਦੀ ਸੇਵਾ ਕੀਤੀ। 2 ਦਿਨ, ਕਈਆਂ ਨੇ ਲਿਖਿਆ ਵੀ 3 ਦਿਨ, ਇਹ ਜੋ ਕੁਝ ਆਪਣੀ ਧਰਮ ਪਤਨੀ ਦੇ ਗਹਿਣੇ ਸੀ, ਜੇਵਰਾਤ ਸੀ, ਜੋ ਘਰ ਵਿੱਚ ਧਨ ਸੀ, ਇੱਕ ਦਿਨ ਕਰਕੇ ਸਿਪਾਹੀਆਂ ਨੂੰ, ਪਹਿਰੇ ਵਾਲਿਆਂ ਨੂੰ ਦੇ ਕੇ ਤੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਆਉਂਦਾ ਰਿਹਾ। ਜਿੱਥੇ ਮਾਤਾ ਗੁਜਰੀ ਦਾ ਇਤਿਹਾਸ ਤੇ ਛੋਟੇ ਸਾਹਿਬਜ਼ਾਦਿਆਂ ਦਾ ਇਤਿਹਾਸ ਅਸੀਂ ਸਦੀਆਂ ਤੀਕ, ਜਦੋਂ ਤੱਕ ਇਹ ਸੰਸਾਰ ਹੈ, ਚੰਦ ਸੂਰਜ ਤਾਰੇ ਨੇ, ਧਰਤੀ ਹੈ, ਜਿੱਥੇ ਇਹ ਇਤਿਹਾਸ ਅਮਰ ਰਹਿਣਾ, ਉੱਥੇ ਵਿਖੜੇ ਸਮੇਂ ਦੇ ਵਿੱਚ ਮੋਤੀ ਰਾਮ ਜੀ ਦੀ ਕੀਤੀ ਹੋਈ ਸੇਵਾ ਵੀ ਜਿਹੜੀ ਹੈ ਜੁਗਾ ਜੁਗਾ ਤੱਕ ਸਲਾਈ ਜਾਏਗੀ। ਸਤਿਗੁਰੂ ਪਾਤਸ਼ਾਹ ਦੇ ਸਾਹਿਬਜ਼ਾਦੇ, ਦੂਸਰਾ ਦਿਨ ਹੋਇਆ, 12 ਪੋਹ ਦਾ ਦਿਨ ਚੜ੍ਹਿਆ। ਮਾਤਾ ਨੇ ਬਿਲਕੁਲ ਉਸੇ ਤਰ੍ਹਾਂ ਅੰਮ੍ਰਿਤ ਵੇਲੇ ਦਾ ਨਿਤਨੇਮ ਸਾਹਿਬਜ਼ਾਦਿਆਂ ਨੂੰ ਸੁਣਾਇਆ। ਦਿਨ ਦਾ ਚੜ੍ਹਾਅ ਹੋਇਆ, ਸਿਪਾਹੀ ਸਾਹਿਬਜ਼ਾਦਿਆਂ ਨੂੰ ਕਚਹਿਰੀ ਵਿੱਚ ਪੇਸ਼ ਕਰਨ ਦੇ ਵਾਸਤੇ, ਲੈਣ ਵਾਸਤੇ ਪਹੁੰਚ ਗਏ ਨੇ। ਮਾਤਾ ਗੁਜਰੀ ਨੇ ਅੰਮ੍ਰਿਤ ਵੇਲੇ ਜਪਜੀ ਦਾ ਜਾਪ ਕਰਦਿਆਂ, ਨਿਤਨੇਮ ਦਾ ਪਾਠ ਕਰਦਿਆਂ ਨਾਲ ਨਾਲ ਆਪਣੇ ਸਾਹਿਬਜ਼ਾਦਿਆਂ ਨੂੰ ਸਮਝਾਇਆ ਕਿ ਬੇਟਾ ਖਿਆਲ ਰੱਖਿਓ, ਜਿਸ ਦਿਨ ਗੁਰੂ ਤੇਗ ਬਹਾਦਰ ਸਾਹਿਬ ਤੁਹਾਡੇ ਦਾਦੇ ਦੇ ਸਾਹਮਣੇ 3 ਸਿੱਖਾਂ ਨੂੰ, ਇੱਕ ਨੂੰ ਆਰੇ ਨਾਲ ਚੀਰਿਆ ਗਿਆ ਸੀ, ਇੱਕ ਨੂੰ ਉਬਲਦੀ ਦੇਗ ਵਿੱਚ ਉਬਾਲਿਆ ਗਿਆ ਸੀ, ਇੱਕ ਨੂੰ ਰੂੰ ਦੇ ਵਿੱਚ ਬੰਨ੍ਹ ਕੇ ਸਾੜ ਦਿੱਤਾ ਗਿਆ ਸੀ, ਮੇਰੇ ਲਾਲੋ, ਉਹਨਾਂ ਭਾਈ ਮਤੀ ਦਾਸ ਨੇ ਗੁਰੂ ਦੇ ਚਰਨਾਂ ਦਾ ਧਿਆਨ ਧਰਦਿਆਂ ਆਪਣਾ ਤਨ ਤੇ ਚਰਵਾ ਲਿਆ ਸੀ, ਪਰ ਧਰਮ ਤੋਂ ਨਹੀਂ ਸੀ ਟੋਲਿਆ। ਭਾਈ ਦਿਆਲੇ ਨੇ ਗੁਰੂ ਦੇ ਸਨਮੁਖ ਰਹਿੰਦਿਆਂ, ਗੁਰੂ ਦੇ ਚਰਨਾਂ ਦਾ ਧਿਆਨ ਧਰਦਿਆਂ ਆਪ ਉਬਲਦੀ ਦੇਗ ਵਿੱਚ ਤੇ ਉਬਲ ਗਿਆ ਸੀ, ਉਹਨੇ ਧਰਮ ਨਹੀਂ ਸੀ ਹਾਰਿਆ। ਭਾਈ ਸਤੀ ਦਾਸ ਨੂੰ ਰੂੰ ਦੇ ਨਾਲ ਬੰਨ੍ਹ ਕੇ ਸਾੜ ਦਿੱਤਾ ਗਿਆ। ਕਹਿਣ ਲੱਗੇ ਉਹਨਾਂ ਨੇ ਕਦੀ ਕਿਸੇ ਦੀ ਈਨ ਨਹੀਂ ਮੰਨੀ। ਮੇਰੇ ਬੇਟਿਓ, ਤੁਸੀਂ ਉਹਨਾਂ ਸ਼ਹੀਦਾਂ ਦੇ ਵਾਰਿਸ ਹੋ ਜਿਨ੍ਹਾਂ ਨੇ ਆਪਣਾ ਧਰਮ ਜਿਹੜਾ ਹੈ ਉਹ ਪਿਆਰਾ ਕੀਤਾ ਤੇ ਆਪਣੇ ਤਨ ਨੂੰ ਕੁਰਬਾਨ ਕੀਤਾ। ਜਾਓ, ਅੱਜ ਦੂਸਰਾ ਦਿਨ ਹੈ, ਪਰ ਦ੍ਰਿੜਤਾ ਦੇ ਨਾਲ ਸੱਚ ਤੇ ਪਹਿਰਾ ਦੇਣਾ। ਸਿਪਾਹੀ ਲੈ ਕੇ ਕਚਹਿਰੀ ਵੱਲ ਨੂੰ ਤੁਰੇ ਨੇ। ਅੱਜ ਕੋਈ ਮੰਜ਼ਰ ਹੋਰ ਹੈ। ਅੱਜ ਕਚਹਿਰੀ ਦੇ ਵਿੱਚ ਜਿਹੜਾ ਦਰਵਾਜ਼ਾ ਸੀ ਵੱਡਾ, ਉਹ ਬੰਦ ਕੀਤਾ ਹੋਇਆ। ਛੋਟੀ ਜੀ ਖਿੜਕੀ ਇੱਕ ਖੋਲੀ ਹੋਈ ਹੈ, ਕਿਉਂਕਿ ਪਹਿਲੇ ਦਿਨ ਇਹ ਹੋਇਆ ਕਿ ਸਿਪਾਹੀ ਜਿਵੇਂ ਸਲਾਮ ਕਰਕੇ ਅੱਗੇ ਲੰਘੇ ਤੇ ਸਾਹਿਬਜ਼ਾਦਿਆਂ ਨੇ ਸਲਾਮ ਨਾ ਕੀਤੀ, ਝੁਕੇ ਨਾ। ਵੇਖੋ, ਇੱਕ 7 ਤੇ 9 ਸਾਲ ਦੇ ਸਾਹਿਬਜ਼ਾਦੇ ਨੇ, ਉਹਨਾਂ ਕੋਲ ਧਰਮ ਹੈ, ਉਹਨਾਂ ਕੋਲ ਦ੍ਰਿੜਤਾ ਹੈ। ਉੱਥੇ 50-50 ਸਾਲ ਦੇ ਲੋਕ ਵੀ ਬੈਠੇ ਨੇ। ਉੱਥੇ ਕਾਜੀ ਜਿਹੜੇ ਨੇ 60-70 ਸਾਲ ਦੀ ਉਮਰ ਦਾ ਕਾਜੀ ਵੀ ਬੈਠਾ ਹੋਇਆ। ਆਪਣੇ ਆਪ ਦੇ ਵਿੱਚ ਧਰਮੀ, ਆਪਣੇ ਆਪ ਦੇ ਵਿੱਚ ਸੂਰਬੀਰ ਅਖਵਾਉਣ ਵਾਲੇ, ਜੰਗਾਂ ਲੜਨ ਵਾਲੇ, ਵੱਡੇ ਤੋਂ ਵੱਡੇ ਅਹੁਦਿਆਂ ਵਾਲੇ ਦੀਵਾਨ ਬੈਠੇ ਨੇ। ਪਰ ਇਹਨਾਂ ਸਾਹਿਬਜ਼ਾਦਿਆਂ ਨੂੰ ਝੁਕਾਉਣ ਵਾਸਤੇ ਕਿਸ ਨੀਵੀਂ ਹੱਦ ਤੱਕ ਜਾਣ ਦੀ ਕੋਸ਼ਿਸ਼ ਕਰਦੇ ਨੇ ਵੀ ਝੁਕ ਜਾਣ, ਪਰ ਇਹ ਝੁਕਦੇ ਨਹੀਂ ਨੇ। ਇਹ ਗੁਰੂ ਦੇ ਪੁੱਤਰ ਨੇ, ਇਹ ਗੁਰੂ ਦੇ ਸਾਹਿਬਜ਼ਾਦੇ ਨੇ, ਇਹ ਮਰਦ ਅਗੰਮੜੇ ਦੇ ਪੁੱਤ ਨੇ, ਇਹ ਝੁਕਦੇ ਨਹੀਂ ਨੇ। ਅੱਜ ਵੱਡਾ ਦਰਵਾਜ਼ਾ ਬੰਦ ਹੈ, ਛੋਟੀ ਖਿੜਕੀ ਖੁੱਲੀ ਹੋਈ ਹੈ। ਉਸ ਖਿੜਕੀ ਦੇ ਵਿੱਚੋਂ ਸਿਰ ਨੀਵਾਂ ਕਰਕੇ ਝੁਕ ਕੇ ਹੀ ਕਚਹਿਰੀ ਦੇ ਵਿੱਚ ਜਾਇਆ ਜਾਣਾ। ਜਦੋਂ ਸਿਪਾਹੀਆਂ ਨੇ ਬਿਲਕੁਲ ਪਹਿਲੇ ਦਿਨ ਦੀ ਤਰ੍ਹਾਂ ਖਿੜਕੀ ਦੇ ਵਿੱਚੋਂ ਬਿਲਕੁਲ ਸਿਰ ਨੀਵਾਂ ਕਰਕੇ ਝੁਕਾ ਕੇ ਕਚਹਿਰੀ ਦੇ ਵਿੱਚ ਦਾਖਲ ਹੋਏ, ਉਹਨਾਂ ਸੋਚਿਆ ਸੀ ਵੀ ਅੱਜ ਤੇ ਕੋਈ ਕਾਰਨ ਨਹੀਂ ਬਣਨਾ, ਇਸ ਖਿੜਕੀ ਵਿੱਚੋਂ ਲੰਘਣ ਲੱਗਿਆ ਸਿਰ ਤੇ ਆਪੇ ਝੁਕ ਜਾਣਾ। ਵਿਚਾਰ ਉਹਨਾਂ ਇਹ ਬਣਾਈ ਵੀ ਜਿਸ ਦਿਨ, ਜਿਸ ਟਾਈਮ ਇਹ ਸਿਰ ਝੁਕਾ ਕੇ ਖਿੜਕੀ ਦੇ ਵਿੱਚੋਂ ਕਚਹਿਰੀ 'ਚ ਦਾਖਲ ਹੋਣਗੇ,
ਕਚਹਿਰੀ ਵਿੱਚ ਬੈਠੇ ਹੋਏ ਲੋਕ ਤਾੜੀਆਂ ਮਾਰ ਕੇ ਆਖਣ ਕਿ ਗੁਰੂ ਦੇ ਸਾਹਿਬਜ਼ਾਦੇ ਝੁਕ ਗਏ, ਪਰ ਉਹ ਸਾਹਿਬਜ਼ਾਦੇ ਬੱਚੇ ਨਹੀਂ ਨੇ, ਉਹ ਬਾਬੇ ਨੇ। ਉਹਨਾਂ ਨੇ ਆਪਣੇ ਗੁਰੂ ਪਿਤਾ ਦਾ ਇਤਿਹਾਸ ਸੁਣਿਆ, ਉਹਨਾਂ ਆਪਣੀ ਮਾਂ ਗੁਜਰੀ ਦਾਦੀ ਦੀਆਂ ਲੋਰੀਆਂ ਦਾ, ਉਹਦੀ ਗੋਦ ਦਾ ਨਿੱਘ ਮਾਣਿਆ। ਉਹਨਾਂ ਦੇ ਅੰਦਰ ਉਹ ਸੱਚ ਧਰਮ ਦੀ ਅਣਖ ਦੀ ਇੰਨੀ ਕੁ ਮਜ਼ਬੂਤ ਬੁਨਿਆਦ ਮਾਤਾ ਗੁਜਰੀ ਨੇ ਰੱਖੀ ਹੈ ਕਿ ਉਹਨਾਂ ਨੇ ਉਸ ਖਿੜਕੀ ਦੇ ਵਿੱਚੋਂ ਪਹਿਲਾਂ ਆਪਣੇ ਕਦਮ, ਆਪਣੇ ਪੈਰ ਅੱਗੇ ਕੀਤੇ, ਉਸ ਤੋਂ ਬਾਅਦ ਵਿੱਚ ਉਹਨਾਂ ਨੇ ਆਪਣੇ ਸਿਰਾਂ ਨੂੰ ਅੰਦਰ ਕੀਤਾ। ਕਚਹਿਰੀ ਦੇ ਵਿੱਚ ਸਨਾਟਾ ਛਾ ਗਿਆ। ਜਿਹੜੀ ਕੋਸ਼ਿਸ਼ ਅਸੀਂ ਕਰਦੇ ਹਾਂ, ਉਹ ਸਾਰੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਨਾਕਾਮ ਹੋ ਜਾਂਦੀਆਂ ਨੇ। ਜੋਗੀ ਅੱਲਾ ਯਾਰ ਖਾਂ ਇੱਥੇ ਲਿਖਦਾ ਹੈ, ਕਹਿਣ ਲੱਗਾ ਵੀ ਇੱਕ ਪਾਸੇ ਸਾਹਿਬਜ਼ਾਦੇ ਬਿਨਾਂ ਝੁਕੇ ਕਚਹਿਰੀ ਵਿੱਚ ਦਾਖਲ ਹੁੰਦੇ ਨੇ, ਦੂਸਰੇ ਪਾਸੇ ਮੰਨੋ ਇੱਕ ਹਾਰ ਸਾਰਿਆਂ ਦੇ ਚਿਹਰੇ ਤੇ ਦਿਖਾਈ ਦਿੰਦੀ ਹੈ। ਸੂਬਾ ਸਰਹੰਦ, ਉਹਦੇ ਚਿਹਰੇ ਦਾ ਰੰਗ ਉੱਡਿਆ ਹੋਇਆ ਵੀ ਇਹ ਗੁਰੂ ਗੋਬਿੰਦ ਸਿੰਘ ਤੇ ਗੁਰੂ ਗੋਬਿੰਦ ਸਿੰਘ ਹੈ, ਇਹ ਉਹਦੇ ਸਾਹਿਬਜ਼ਾਦੇ ਵੀ ਉਹਦੇ ਨਾਲ ਉਹਦੇ ਵਰਗੇ ਹੀ ਨੇ। ਜੋਗੀ ਅੱਲਾ ਯਾਰ ਖਾਂ ਨੇ ਲਿਖਿਆ ਸੀ, ਪਿਆਰੀ ਸੀ ਸੂਰਤੋਂ ਸੇ ਸੁਜਾਅਤ ਬਰਸ ਰਹੀ। ਸੁਜਾਅਤ ਕਹਿੰਦੇ ਨੇ ਦਲੇਰੀ ਨੂੰ, ਬਹਾਦਰੀ ਨੂੰ। ਸੀ ਪਿਆਰੀ ਸੀ ਸੂਰਤੋਂ ਸੇ ਸੁਜਾਅਤ ਬਰਸ ਰਹੀ, नन्ही सी प्यारी सी मूरतों से सी जुरत बरस रही, रुख पर नवाब के थी शकावत बख्श रह। शकावत का अर्थ हुंदा हार, नमोशी। रुख पर नवाब के सी शकावत बरस रही, राजों के मुंह पर साफ थी लानत बरस रही। ਜਿਹੜੇ ਉਹਦੇ ਆਲੇ ਦੁਆਲੇ ਬਹਿਣ ਵਾਲੇ ਲੋਕ ਨੇ, ਅਹੁਦੇਦਾਰ ਨੇ, ਆਪਣੀ ਇਸ ਮਾੜੀ ਨੀਅਤ ਨਾਲ ਕੀਤੇ ਹੋਏ ਕੰਮ ਦੇ ਬਾਬਤ ਜੋਗੀ ਅੱਲਾ ਯਾਰ ਖਾਂ ਕਹਿੰਦਾ ਵੀ ਇੰਜ ਲੱਗਦਾ ਵੀ ਉਹਨਾਂ ਨੂੰ ਆਪਣੇ ਆਪ ਤੇ ਫਟਕਾਰ ਪੈਂਦੀ ਨਜ਼ਰ ਆਈ ਜਦੋਂ ਸਾਹਿਬਜ਼ਾਦੇ ਝੁਕੇ ਨਹੀਂ। ਫਿਰ ਬੇਨਤੀ ਕਰਾਂ, ਪਿਆਰੀ ਸੀ ਸੂਰਤੋਂ ਸੇ ਸੀ ਸੁਜਾਤ ਬਰਸ ਰਹੀ, ਨੰਨੀ ਸੀ ਪਿਆਰੀ ਸੀ ਮੂਰਤੋਂ ਸੇ ਸੀ जुरत बरस रही, रुख पर नवाब के सी शकावत बरस रही, राजों के मुंह पर साफ थी लानत बरस रही, बच्चों का रोब सा छा गया सा हर मशीर पर, लर्ज सा पड़ गया सा अमीरों वजीर पर। शर्मिंदे हुए जदों दूसरे दिन की कचहरी है, अपने वालों कोशिश की है ਸਾਹਿਬਜ਼ਾਦਿਆਂ ਨੂੰ ਧਰਮ ਤੋਂ ਡੋਲਣ ਵਾਸਤੇ ਉਹਨਾਂ ਨੂੰ ਕਈ ਤਰ੍ਹਾਂ ਦੇ ਡਰਾਵੇ ਦਿੱਤੇ ਨੇ, ਲਾਲਚ ਦਿੱਤੇ ਨੇ। ਬੜਾ ਵਿਸਥਾਰ ਵਾਲਾ ਇਤਿਹਾਸ ਹੈ, ਮੈਂ ਥੋੜਾ ਜਿਹਾ ਇੱਥੋਂ ਸੰਖੇਪ ਕਰਨਾ ਚਾਹੁੰਦਾ। ਅਖੀਰ ਜਦੋਂ ਇਹ ਬਾਰ-ਬਾਰ ਯਤਨ ਕਰਦੇ ਨੇ ਤੇ ਸਾਹਿਬਜ਼ਾਦਿਆਂ ਨੇ ਇੱਕ ਉਹਨਾਂ ਨੂੰ ਸਵਾਲ ਕੀਤਾ। ਕਹਿਣ ਲੱਗੇ, ਤੁਸੀਂ ਸਾਡੇ ਧਰਮ ਦੀ, ਸਾਡੇ ਪਰਿਵਾਰ ਦੀ, ਸਾਡੀ ਵੰਸ਼ ਦੀ ਰੀਤ ਨਹੀਂ ਸੁਣੀ। ਸੂਬਾ ਸਰਹੰਦ ਕਹਿਣ ਲੱਗਾ, ਉਹ ਤੁਹਾਡੇ ਵੰਸ਼ ਦੀ ਰੀਤ ਕੀ ਹੈ? ਸਾਹਿਬਜ਼ਾਦੇ ਕਹਿਣ ਲੱਗੇ, ਕਵੀ ਸੈਨਾਪਤ ਨੇ ਲਿਖਿਆ ਕਿ ਹਮਾਰੇ ਵੰਸ਼ ਰੀਤ ਇਹ ਆਈ, ਸੀਸ ਦੇਤ ਪਰ ਧਰਮ ਨਾ ਜਾਈ। ਉਹ ਸਾਡੇ ਵੰਸ਼ ਦੀ ਰੀਤ, ਅਸੀਂ ਸਿਰ ਦੇ ਦਿੰਦੇ ਆ ਪਰ ਅਸੀਂ ਕਦੀ ਆਪਣਾ ਧਰਮ ਨਹੀਂ ਛੱਡਿਆ। ਦੂਸਰੇ ਦਿਨ ਦੀ ਕਚਹਿਰੀ ਬਰਖਾਸਤ ਕਰ ਦਿੱਤੀ ਗਈ। ਮਾਤਾ ਜੀ ਦੇ ਕੋਲ ਸਾਹਿਬਜ਼ਾਦਿਆਂ ਨੂੰ ਪਹੁੰਚਾਇਆ ਗਿਆ। ਅੱਜ ਤੀਸਰੀ ਰਾਤ ਮਾਤਾ ਗੁਜਰੀ ਦੇ ਕੋਲ, ਉਹ ਆਖਰੀ ਰਾਤ ਹੈ, ਆਪਣੇ ਸਾਹਿਬਜ਼ਾਦਿਆਂ ਦੇ ਨਾਲ ਗੁਰਬਾਣੀ ਦਾ ਪਾਠ ਕਰਦਿਆਂ, ਇਤਿਹਾਸ ਦੀ ਸਿੱਖਿਆ ਦਿੰਦਿਆਂ ਮਾਤਾ ਗੁਜਰੀ ਨੇ ਉਸ ਰਾਤ ਨੂੰ ਗੁਜ਼ਾਰਿਆ। 13 ਪੋਹ 27 ਦਸੰਬਰ ਦਾ ਦਿਨ ਚੜ੍ਹਨ ਲੱਗਾ। ਮਾਤਾ ਗੁਜਰੀ ਦੇ ਸਾਹਮਣੇ ਅੱਜ ਦੇ ਵਰਤਾਰੇ ਦੀ ਤਸਵੀਰ ਲਗਭਗ ਸਾਫ਼ ਹੁੰਦੀ ਜਾ ਰਹੀ ਹੈ ਵੀ ਅੱਜ ਬੱਚੇ ਗੋਦ ਵਿੱਚੋਂ ਜਾਣਗੇ ਤੇ ਹੋ ਸਕਦਾ ਵੀ ਅੱਜ ਵਾਪਸ ਨਹੀਂ ਆਉਣਗੇ। 13 ਪੋਹ ਨੂੰ ਸਿਪਾਹੀ ਜਦੋਂ ਲੈਣ ਆ ਗਏ, ਮਾਤਾ ਗੁਜਰੀ ਨੇ ਸਾਹਿਬਜ਼ਾਦਿਆਂ ਨੂੰ ਤਿਆਰ ਕੀਤਾ। ਜੋ ਉਸ ਸਮੇਂ ਮੌਜੂਦ ਸੀ, ਦਮਾਲੇ ਸਜਾਏ ਗਏ, ਜਿਸ ਤਰ੍ਹਾਂ ਸਜਾਏ ਹੋਏ ਅਨੰਦਪੁਰ ਸਾਹਿਬ ਤੋਂ ਤੁਰੇ ਸੀ, ਖੰਡੇ ਲਾਏ ਗਏ। ਜੋ ਤਿਆਰੀ ਹੋ ਸਕਦੀ ਸੀ ਸਾਹਿਬਜ਼ਾਦਿਆਂ ਨੂੰ ਤਿਆਰ ਕੀਤਾ। ਮੈਂ ਸੰਖੇਪ ਗੱਲ ਕਰਨੀ ਚਾਹੁੰਦਾ ਕਿ ਕਵੀ ਅੱਲਾ ਯਾਰ ਖਾਂ ਜੋਗੀ ਆਖਦਾ ਹੈ कि माता गुजरी ने आख्या कि जाने से पहले तुमको दुल्हा ते बना लो। सारा शेर मैं छड्ड दिता, संखेप कर लग्या
ਕਿ ਤੁਹਾਨੂੰ ਮੈਂ ਦੁਲਹਿਆਂ ਦੀ ਤਰ੍ਹਾਂ ਸਜਾ ਕੇ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਭੇਜਣਾ। ਅੱਜ ਤੀਸਰਾ ਦਿਨ ਹੈ। ਸਾਹਿਬਜ਼ਾਦਿਆਂ ਨੂੰ ਕਚਹਿਰੀ ਦੇ ਵਿੱਚ ਪੇਸ਼ ਕੀਤਾ ਗਿਆ। ਉਹੋ ਹੀ ਸ਼ਰਤਾਂ ਨੇ, ਉਹੋ ਹੀ ਡਰਾਵੇ ਨੇ, ਉਹੋ ਹੀ ਲਾਲਚ ਹੈ। ਸਾਰਾ ਕੁਝ ਯਤਨ ਕੀਤਾ, ਪਰ ਸਾਹਿਬਜ਼ਾਦਿਆਂ ਨੇ ਇੱਕੋ ਹੀ ਗੱਲ ਜਿਹੜੀ ਉਹ ਪ੍ਰਪੱਕ ਕੀਤੀ ਵੀ ਜਿਵੇਂ ਮਾਂ ਨੂੰ ਕਹਿ ਕੇ ਤੁਰੇ ਸੀ ਨਾ ਵੀ ਧਨ ਭਾਗ ਹਮਾਰੇ ਹੈ ਮਾਈ, ਧਰਮ ਹੇਤ ਤਨ ਜੀ ਕਰ ਜਾਈ। ਮਾਈ ਸਾਡੇ ਧਨ ਭਾਗ ਹੋਣਗੇ ਜੇ ਸਾਡਾ ਤਨ ਜਿਹੜਾ ਧਰਮ ਦੇ ਲੇਖੇ ਲੱਗ ਜਾਵੇ। ਆਪਣੇ ਵੰਸ਼ ਦੀ ਰੀਤ ਨੂੰ ਦੁਹਰਾਇਆ ਕਿ ਹਮਰੇ ਵੰਸ਼ ਰੀਤ ਇਹ ਆਈ, ਧਰਮ ਹੇਤ ਤਨ ਸਿਰ ਦੇਣ ਦਾ ਜਿਹੜਾ ਪ੍ਰਣ ਹੈ ਉਸ ਨੂੰ ਦੁਹਰਾਇਆ ਸਾਹਿਬਜ਼ਾਦਿਆਂ ਨੇ। ਜਦੋਂ ਕਿਸੇ ਪਾਸੇ ਪੇਸ਼ ਨਹੀਂ ਜਾਂਦੀ, ਵਜ਼ੀਰ ਖਾਨ ਕਾਜੀ ਨੂੰ ਆਖਦਾ ਹੈ ਕੋਈ ਫਤਵਾ ਲਾਇਆ ਜਾਏ, ਇਹਨਾਂ ਗੁਸਤਾਖ ਬੱਚਿਆਂ ਨੂੰ ਖਤਮ ਕਰਨ ਦਾ ਕੋਈ ਫਤਵਾ ਜਿਹੜਾ ਉਹ ਸੁਣਾ ਦਿੱਤਾ ਜਾਏ। ਇਸ ਤੋਂ ਪਹਿਲਾਂ ਸੁੱਚਾ ਨੰਦ ਜਿਹਦਾ ਮੈਂ ਪਹਿਲਾਂ ਜ਼ਿਕਰ ਕੀਤਾ, ਜਿਹਨੂੰ ਇਤਿਹਾਸ ਨੇ ਝੂਠਾ ਨੰਦ ਆਖਿਆ, ਉਹ ਪੇਸ਼ਕਾਰ ਹੈ, ਉਹ ਦੀਵਾਨ ਹੈ। ਉਹ ਸਾਹਿਬਜ਼ਾਦਿਆਂ ਕੋਲ ਆਉਂਦਾ ਹੈ, ਉਹ ਸੂਬਾ ਸਰਹੰਦ ਨੂੰ ਆਂਦਾ ਮੈਂ ਕੋਸ਼ਿਸ਼ ਕਰਾਂ ਜੇ ਮੇਰੀ ਗੱਲ ਮੰਨ ਜਾਣ। ਸਾਹਿਬਜ਼ਾਦਿਆਂ ਕੋਲ ਆਉਂਦਾ ਹੈ, ਆ ਕਰਕੇ ਆਖਦਾ ਮੈਂ ਤੁਹਾਨੂੰ ਮੁਆਫੀ ਦਵਾ ਦਿਆਂਗਾ ਸੂਬਾ ਸਰਹੰਦ ਕੋਲੋਂ। ਇੱਕ ਗੱਲ ਯਾਦ ਰੱਖੋ, ਤੁਹਾਡੇ ਪਿਤਾ ਨੂੰ ਚਮਕੌਰ ਦੀ ਜੰਗ ਵਿੱਚ ਸ਼ਹੀਦ ਕਰ ਦਿੱਤਾ ਗਿਆ, ਤੁਹਾਡੇ ਵੱਡੇ ਭਰਾਵਾਂ ਨੂੰ ਚਮਕੌਰ ਦੀ ਜੰਗ ਵਿੱਚ ਮਾਰ ਦਿੱਤਾ ਗਿਆ, ਤੁਹਾਡਾ ਆਨੰਦਪੁਰ ਢਾਹ ਦਿੱਤਾ ਗਿਆ, ਉਹ ਤੁਹਾਡੇ ਗੁਰੂ ਦਾ ਤੁਹਾਡੇ ਪਿਤਾ ਦਾ ਚਲਾਇਆ ਪੰਥ ਅਸੀਂ ਮੁਕਾ ਦਿੱਤਾ ਹੈ। ਸਾਹਿਬਜ਼ਾਦੇ ਉਹਦੀ ਮੂਰਖਤਾ ਤੇ ਮੁਸਕਰਾਉਂਦੇ ਨੇ ਤੇ ਆਪਣੀ ਰਸਨਾ ਤੋਂ ਮਾਨੋ ਇੰਜ ਇੱਕ ਬਚਨ ਕਰਦੇ ਨੇ ਕਿ ਸਾਡਾ ਜਿਹੜਾ ਬਾਪ ਹੈ, ਸਾਡਾ ਜਿਹੜਾ ਪਰਿਵਾਰ ਹੈ ਉਹ ਖਾਲਸਾ ਪਰਿਵਾਰ ਹੈ, ਉਸ ਨੂੰ ਕਦੀ ਕੋਈ ਮਾਰ ਨਹੀਂ ਸਕਦਾ। ਬਾਪ ਹਮਾਰਾ ਸਦਾ ਚਿਰੰਜੀਵੀ, ਭਾਈ ਹਮਾਰੇ ਸਦ ਹੀ ਜੀਵੀ। ਕਹਿਣ ਲੱਗੇ ਕੁਟੰਬ ਹਮਾਰਾ ਨਿਜ ਘਰ ਵਾਸੀ, ਸਾਡਾ ਪਰਿਵਾਰ ਸਾਡਾ ਕੁਟੰਬ ਨਿਜ ਘਰ ਦਾ ਵਾਸੀ ਹੈ। ਸਾਡੇ ਭਾਈ ਸਦਾ ਜੀਣ ਵਾਲਿਆਂ ਚੋਂ ਨੇ, ਸਾਡੇ ਪਿਤਾ ਨੂੰ ਕੋਈ ਮਾਰ ਨਹੀਂ ਸਕਦਾ। ਇਸ ਕਰਕੇ ਸਾਨੂੰ ਵੀ ਕਿਸੇ ਤਰ੍ਹਾਂ ਵੀ ਕਿਸੇ ਲਾਲਚ ਡਰਾਵੇ ਨਾਲ ਡਰਾਇਆ ਨਹੀਂ ਜਾ ਸਕਦਾ। ਸੁੱਚਾ ਨੰਦ ਨੇ ਵੀ ਕੋਸ਼ਿਸ਼ ਕੀਤੀ ਹੈ, ਪਰ ਅਖੀਰ ਜਦੋਂ ਨਹੀਂ ਮੰਨਦੇ, ਇਹਦਾ ਵੀ ਕਿਹਾ ਹੋਇਆ ਇਤਿਹਾਸ ਨੇ ਯਾਦ ਰੱਖਿਆ। ਕਹਿਣ ਲੱਗੇ ਸੂਬਾ ਸਰਹੰਦ ਨੂੰ ਆਖਣ ਲੱਗਾ ਕਿ ਨੀਕੇ ਬਾਰਕ ਮਤ ਤੁਮ ਜਾਨੋ, ਨਾਗੂ ਕੇ ਪੁੱਤ ਬਖਾਨੋ। ਕਹਿਣ ਲੱਗਾ ਇਹ ਸੱਪ ਦੇ ਬੱਚੇ ਨੇ, ਇਹ ਵੱਡੇ ਹੋ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨਾਲੋਂ ਵੀ ਵੱਧ ਖਤਰਨਾਕ ਤੁਹਾਡੇ ਲਈ ਸਾਬਤ ਹੋਣਗੇ। ਇਸ ਕਰਕੇ ਇਹਨਾਂ ਨੂੰ ਮਾਰਨ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਕਾਜੀ ਨੇ ਫਤਵਾ ਲਾਇਆ। ਫਤਵਾ ਇਹ ਲੱਗਿਆ ਕਿ ਇਹਨਾਂ ਨੂੰ ਜੀਂਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਜਾਏ। ਜਦੋਂ ਇਹ ਫਤਵਾ ਸੁਣਿਆ, ਰੱਬ ਦਾ ਖੁਦਾ ਦਾ ਖੌਫ ਖਾਣ ਵਾਲੇ ਤਰਾਸ ਕਰਨ ਲੱਗੇ। ਇੱਕ ਮਰਦ ਉੱਠਿਆ ਜਿਹਦਾ ਨਾਂ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਵਾਲਾ ਹੈ। ਉਸਨੇ ਉੱਠ ਕੇ ਆਖਿਆ ਵੀ ਇਸਲਾਮ ਨਹੀਂ ਇਜਾਜ਼ਤ ਦਿੰਦਾ ਕਿ ਇਸ ਉਮਰ ਦੇ ਬੱਚਿਆਂ ਨੂੰ ਐਵੇਂ ਮਾਰ ਦਿੱਤਾ ਜਾਏ। ਮੈਂ ਇਸ ਫੈਸਲੇ ਦਾ ਵਿਰੋਧ ਕਰਦਾ। ਉਹਦਾ ਵੀ ਇਤਿਹਾਸ ਵਿੱਚ ਦਰਜ ਹੈ। ਗੁਰਦੁਆਰਾ ਹਾ ਦਾ ਨਾਰਾ ਬਣਿਆ ਹੋਇਆ, ਤੁਸੀਂ ਕਿਤੇ ਦਰਸ਼ਨ ਕੀਤੇ ਹੋਣੇ ਆ। ਉਹਦੀ ਯਾਦ ਵਿੱਚ ਮਲੇਰਕੋਟਲੇ ਬਣਿਆ ਹੋਇਆ। ਉਹਦਾ ਹਾ ਦਾ ਨਾਰਾ ਵੀ ਕੌਮ ਕਦੀ ਨਹੀਂ ਭੁੱਲੀ, ਪਰ ਸੁੱਚਾ ਨੰਦ ਦੀ ਕਮੀਨਗੀ ਵੀ ਕਦੀ ਕੌਮ ਨੇ ਵਿਸਾਰੀ ਨਹੀਂ। ਜਦੋਂ ਇਤਿਹਾਸ ਦੀ ਗੱਲ ਹੋਵੇਗੀ, ਗੰਗੂ ਦੀ ਗੱਲ ਵੀ ਨਾਲ, ਗਦਾਰੀ ਦੀ ਚੱਲਦੀ ਰਹੇਗੀ, ਔਰ ਨਾਲ ਮੋਤੀ ਮਹਿਰਾ ਦੀ ਗੱਲ ਵੀ ਚੱਲਦੀ ਰਹੇਗੀ। ਸੁੱਚਾ ਨੰਦ ਦੀਆਂ ਕਮੀਨਗੀਆਂ ਵੀ ਨਾਲ ਚੱਲਣਗੀਆਂ। ਬੇਨਤੀ ਕਰਾਂ ਜਿਨੇ ਸਾਹਿਬਜ਼ਾਦਿਆਂ ਦਾ ਸੰਸਕਾਰ ਖੜੀਆਂ ਮੋਹਰਾਂ ਕਰਕੇ ਜ਼ਮੀਨ ਮੁੱਲ ਲੈ ਕੇ ਕੀਤਾ, ਉਸ ਟੋਡਰ ਮੱਲ ਨੂੰ ਵੀ ਕਦੀ ਭੁਲਾਇਆ ਨਹੀਂ ਜਾਏਗਾ। ਗੱਲ ਕਿਸੇ ਧਰਮ ਦੀ ਨਹੀਂ, ਟੋਡਰ ਮੱਲ ਵੀ ਹਿੰਦੂ ਹੈ, ਸੁੱਚਾ ਨੰਦ ਵੀ ਹਿੰਦੂ ਹੈ। ਜਿਹਨੇ ਜਿਹੜਾ ਰੋਲ ਨਿਭਾਇਆ ਆਪਣੀ ਜ਼ਿੰਦਗੀ ਵਿੱਚ, ਉਹਨੂੰ ਉਸੇ ਤਰ੍ਹਾਂ ਯਾਦ ਕੀਤਾ ਜਾਏਗਾ। ਸਤਿਗੁਰੂ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਦੀ ਫਤਵਾ ਲੱਗਿਆ ਕਿ ਇਹਨਾਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਜਾਏ। 13 ਪੋਹ ਦਾ ਦਿਨ ਹੈ ਜਦੋਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਖਿਲਾਰ ਦਿੱਤਾ ਗਿਆ। ਦੋ ਜਿਹੜੇ ਜਲਾਦ ਨੇ ਸਮਾਣੇ ਦੇ ਰਹਿਣ ਵਾਲੇ ਸ਼ਾਸਲ ਬੇਗ ਤੇ ਬਾਸ਼ਲ ਬੇਗ, ਉਹਨਾਂ ਨੂੰ ਹੁਕਮ ਹੋਇਆ, ਕਿਉਂਕਿ ਉੱਥੇ ਉਹਨਾਂ ਦਾ ਕੋਈ ਮੁਕੱਦਮਾ ਚੱਲਦਾ ਸੀ। ਕੋਈ ਜਲਾਦ ਤਿਆਰ ਨਹੀਂ ਸੀ ਵੀ ਐਵੇਂ ਨੀਹਾਂ ਵਿੱਚ ਚਿਣੇ, ਬੱਚਿਆਂ ਨੂੰ ਐਵੇਂ ਕੋਈ ਕਤਲ ਕਰੇ। ਇਹਨਾਂ ਨੂੰ ਲਾਲਚ ਦਿੱਤਾ ਗਿਆ, ਤੁਹਾਡਾ ਮੁਕੱਦਮਾ ਖਾਰਜ, ਤੁਹਾਨੂੰ ਇਨਾਮ ਵੀ ਦਿੱਤੇ ਜਾਣਗੇ,
ਤੁਸੀਂ ਇਹ ਕੰਮ ਕਰੋ। ਦੋਵੇਂ ਜਣੇ ਤਿਆਰ ਹੋਏ ਤੇ ਜਦੋਂ ਨੀਹਾਂ ਚਿਣਨੀਆਂ ਸ਼ੁਰੂ ਕੀਤੀਆਂ, ਸਾਹਿਬਜ਼ਾਦਿਆਂ ਨੂੰ ਬਾਰ-ਬਾਰ ਕਾਜੀ ਨੇ ਕੋਸ਼ਿਸ਼ ਕੀਤੀ ਹੈ ਧਾਰਮਿਕ ਲਫ਼ਜ਼ਾਂ ਦਾ ਜਾਲ ਵਿਛਾ ਕੇ ਸਮਝਾਉਣ ਦੀ ਵੀ ਤੁਹਾਡੀਆਂ ਅਜੇ ਉਮਰਾਂ ਬਹੁਤ ਛੋਟੀਆਂ ਨੇ, ਤੁਸਾਂ ਨੇ ਅਜੇ ਬਹੁਤ ਕੁਝ ਵੇਖਣਾ ਹੈ। ਜਦੋਂ ਵੱਡੇ ਹੋ ਗਏ ਮੁਸਲਮਾਨ ਜਰਨੈਲਾਂ ਦੀਆਂ ਬੇਟੀਆਂ ਨਾਲ ਨਿਕਾਹ ਹੋਣਗੇ, ਤੁਹਾਨੂੰ ਮਹੱਲ ਦਿੱਤੇ ਜਾਣਗੇ, ਤੁਹਾਨੂੰ ਧਨ ਦਿੱਤਾ ਜਾਏਗਾ, ਤੁਸੀਂ ਆਪਣੀ ਜਾਨ ਨਾ ਗਵਾਓ। ਪਰ ਸਾਹਿਬਜ਼ਾਦਿਆਂ ਦਾ ਦ੍ਰਿੜ ਫੈਸਲਾ ਹੈ। ਉਹ ਦੀਵਾਰ ਜਿਹੜੀ ਹੈ ਇੱਟ ਕਰਕੇ ਬਣਨੀ ਸ਼ੁਰੂ ਹੋ ਗਈ ਹੈ। ਅਖੀਰ ਮੈਂ ਜੋਗੀ ਅੱਲਾ ਯਾਰ ਖਾਨ ਦੇ ਇੱਕ ਸ਼ੇਰ ਨਾਲ ਸਮਾਪਤੀ ਕਰਦਾ। ਬੜਾ ਕੁਝ ਇੱਥੇ ਕਹਿਣ ਵਾਲਾ, ਮੈਂ ਬੇਨਤੀ ਕਰਾਂ। ਜੋਗੀ ਅੱਲਾ ਯਾਰ ਖਾਨ ਲਿਖਦਾ ਹੈ ਕਿ ਠੋਡੀ ਤੱਕ ਈਟੇ ਚਿਨ ਗਈ, सिर मुंह तक आ गई, बीनी को ढापते ही आंखों पे छा गई, हर चंद सी जबीन को घन सा लगा गई। ठोडी तक इट्टां चिणियां गईयां। अगला वार कुदरती है भी बीनी कहंदे ने नक दी नोक नूं, अगली इट ने ठोडी तो बाद विच नक नूं ढक लिया। बीनी को ढापती आंखों पे छा गई, अगली इट ने अखां दे अगे जेड़ा वो अंधेरा बना देता है। बीनी को ढापते आंखों पे छा गई, हर चंद सी जबीन को, जबीन कहते ने मस्तक नूं, मथे नूं। अगला जेड़ा वार है उन्हें मत्था ढक लिया। हर चंद सी जबीन को घन सा लगा गई, जिवें चंद्रमा नूं ग्रहण लग्या होवे, मथे दी तुलना वो चंद नाल करदा है। हर चंद सी जबीन को घन सा लगा गई, लगते जिगर गुरु के वो दोनों छुपा गई। जोगी जी इसके बाद हुई थोड़ी देर थी, बस्ती सरहंद शहर की ईंटों का ढेर थी। जोगी ने इत्थे जाके शहीदाने वफा ਇਹ ਜਿਹੜਾ ਇਤਿਹਾਸ ਲਿਖਿਆ, ਮਰਸੀਆ ਛੰਦ ਦੇ ਵਿੱਚ ਕਵਿਤਾ ਦੀ ਇੱਕ ਵੰਨਗੀ ਹੈ ਮਰਸੀਆ, ਉਹਦੇ ਵਿੱਚ ਸਾਰਾ ਲਿਖਿਆ। ਅਖੀਰ ਉਹ ਜਾ ਕੇ ਇੱਥੇ ਸਮਾਪਤੀ ਕਰਦਾ ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਬਿਆਨ ਕਰਦਾ ਕਿ ਜੋਗੀ ਜੀ इसके बाद हुई थोड़ी देर थी, बस्ती सरहंद शहर की ईंटों का ढेर। ਸਾਹਿਬਜ਼ਾਦੇ ਸ਼ਹੀਦ ਹੋ ਗਏ, ਕੰਧ ਡਿੱਗੀ ਹੈ। ਕੰਧ ਤੋਂ ਡਿੱਗਣ ਤੋਂ ਬਾਅਦ ਵਿੱਚ ਬੇਹੋਸ਼ ਹੋਇਆਂ ਨੂੰ ਹੋਸ਼ ਵਿੱਚ ਲਿਆਂਦਾ ਗਿਆ। ਸ਼ਾਸਲ ਬੇਗ ਤੇ ਬਾਸ਼ਲ ਬੇਗ ਨੂੰ ਹੁਕਮ ਹੋਇਆ ਵੀ ਇਹਨਾਂ ਨੂੰ ਗੋਡੇ ਥੱਲੇ ਰੱਖ ਕੇ ਜ਼ਿਬਾ ਕਰ ਦਿੱਤਾ ਜਾਏ। ਉਹਨਾਂ ਨੇ ਤੇਜ਼ ਧਾਰ ਛੁਰੇ ਲੈ ਕੇ ਸਾਹਿਬਜ਼ਾਦਿਆਂ ਨੂੰ ਜ਼ਿਬਾ ਕੀਤਾ, ਜਿਵੇਂ ਮੁਸਲਮਾਨ ਜ਼ਿਬਾ ਕਰਦੇ ਨੇ। ਆਪਣੇ ਹੱਥ ਦੇ ਨਾਲ ਉਹਨਾਂ ਦੀਆਂ ਗਰਦਨਾਂ ਕੱਟੀਆਂ ਨੇ, ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਪਰ ਸਾਹਿਬਜ਼ਾਦਿਆਂ ਦਾ ਇੱਕ ਸੰਦੇਸ਼ जोगी जी ने लिखा कि हम जान देकर औरों की जान बचा चले, सिक्खी की नींव सरों पे उठा चले, गुरियाई का किस्सा इस जहां में बना चले, गुरगद्दी से ताजो तख्त अब कौम पाएगी। जुल्म का जिहड़ा जुल्म करने वाले लोग ने उन्हां दा नाम निशान जोगी जी कहंदा भी साहिबजादियां दा संदेश है कि संसार तो गुरु का पंथ जिहड़ा वो मिटा देगा। गद्दी से ताजो तख्त अब कौम पाएगी, दुश्मन का ना तक इस जहां से मिटाएगी। सतगुरु सच्चे पातशाह किरपा करे। इन्हां तो बाद विच माता गुजरी भी अपना शरीर त्याग गए। निक्कियां जिंदा ने वड्डा साका वरताया, माण मता इतिहास सिरजिया। धर्म की दृढ़ता विच रहिंदियां होया अपना तन कुर्बान करके ते इतिहास पैदा किया, जिस इतिहास ते सदा ही कौम नूं माण है ते सदा माण रहेगा। भुलां चुकां दी खिमा बख्शणी जी। वाहिगुरू जी का खालसा, वाहिगुरू जी की